2 ਫਰਵਰੀ ਯਾਦ ਰਹੇਗੀ ਕਿਉਂਕਿ ਉਸ ਦਿਨ ਨਾਭਾ ਰਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਜੈਕਾਰੇ ਗੂੰਜੇ। ਸਾਡਾ ਸਿੱਖ ਰਾਜ ਸੀ, ਸਿੱਖ ਰਾਜ ਹੱਥੋਂ ਖੁੱਸਿਆ ਤਾਂ ਉਹਦੀ ਇੱਕ ਵੱਖਰੀ ਲੜਾਈ ਹੁਣ ਤੱਕ ਵੀ ਚੱਲ ਰਹੀ ਹੈ ਬਹੁਤ ਸਾਰੇ ਲੋਕਾਂ ਦੇ ਵੱਲੋਂ। ਜਦੋਂ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਤਾਂ ਇੱਕ ਆਸ ਇਹ ਵੱਜੀ ਕਿ ਸ਼ਾਇਦ ਸਿੱਖ ਰਾਜ ਵਰਗੀ ਕੋਈ ਕਹਾਣੀ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ। ਇੱਕ ਬੱਚਾ ਜਿਸ ਦਾ ਨਾਮ ਕੁੰਵਰ ਅਬੇ ਉਦੇ ਪ੍ਰਤਾਪ ਸਿੰਘ ਹੈ, ਉਸ ਨੂੰ ਸੁਪਨਾ ਆਉਂਦਾ ਹੈ ਔਰ ਸੁਪਨੇ ਦੇ ਵਿੱਚ ਉੱਠ ਕੇ ਉਹ ਆਪਣੇ ਮਾਪਿਆਂ ਦੇ ਨਾਲ ਗੱਲ ਕਰਦਾ ਹੈ ਔਰ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਕਿ ਪਰਿਵਾਰ ਜਿਹੜਾ ਹੈ ਉਹ ਅਚੰਭੇ ਦੇ ਵਿੱਚ ਆ ਜਾਂਦਾ। ਕੀ ਇਹ ਸੱਚ ਹੈ? ਜਿਹੜਾ ਤੁਸੀਂ ਆ ਬੈਚ ਦੇਖ ਰਹੇ ਹੋ ਕੋਟ ਤੇ, ਹਾਂ, ਨਾਭਾ ਰਿਆਸਤ ਦਾ ਬੈਚ ਹੈ। ਹਾਂ, ਉੱਪਰ ਜਿਹੜੇ ਸ਼ਬਦ ਰੱਖੇ ਨੇ, ਤੇਰਾ ਕਰ ਮੇਰਾ ਆਸਾ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇੱਕ ਹੁਕਮਨਾਮਾ ਵੀ ਦਿੱਤਾ ਤੇ ਆ ਕਿਹਾ ਵੀ ਨਾਭੇ ਤੇ ਮਤਲਬ ਸਾਡੇ ਪਰਿਵਾਰ ਨੂੰ ਕਹਿੰਦੇ ਵੀ ਤੇਰਾ ਕਰ ਮੇਰਾ ਆਸਾ, ਵੀ ਤੇਰਾ ਕਰ ਮੇਰਾ ਵੀ ਆਸਾ। ਇਹ ਰਾਤੋਂ ਰਾਤ ਹੋ ਗਿਆ ਇਹ ਸਾਰਾ कुछ किमें परिवार वापसी कर गया? मैं वही कह रही थी रातों रात। मैं कहा मुझे 5 साल लग गए महल को अच्छा करते करते। सुनने में अजीब लगेगा, मुझे उस टाइम तक ये भी नहीं पता था कि निशान साहब क्या होता है। सुपने वाली गल कितनी सच्ची है? ਤੁਹਾਨੂੰ ਪੁਨਰ ਜਨਮ ਵਰਗੀਆਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਹੈ? Maybe God made me believe or I don't know. ਤੁਸੀਂ ਹਾਲੇ ਵੀ ਕਨਫਿਊਜ਼ ਹੋ? तो अभी जो लोगों का प्यार देखने को मिल रहा है इसके लिए, जिस तरह से इसको मेरे पास इतने फोन्स आ रहे हैं, मैसेजेस आ रहे हैं। प्यार कले अभी उदय प्रताप ਲਈ ਨਹੀਂ ਹੈ, ਪੂਰੀ ਰਿਆਸਤ ਦੇ ਲਈ ਹੈ, ਪੂਰੇ ਵੰਸ਼ਜ ਦੇ ਲਈ, ਪੂਰੇ ਪਰਿਵਾਰ ਦੇ ਲਈ। तो वो ਉਸ ਇਤਿਹਾਸ ਦੇ ਲਈ ਘੋੜਸਵਾਰੀ ਕਰਦੇ ਹੋ, ਸਿੱਖੀ ਹੈ ਕਿਤੋਂ? क्यों चंकी लगती है? तो छोटा सा था, ढंग से चल भी नहीं पाता था, तब भी घोड़े पे बैठा दो तो घंटों नहीं उतरता था घोड़े। निशाना भी मैं सुनिया कि ਤੁਹਾਡਾ ਖਾਸਾ ਚੰਗਾ। ਸਿੱਖ ਰਾਜ ਇੱਕ ਬਹੁਤ ਵੱਡਾ ਇਤਿਹਾਸ ਹੈ, ਰਾਜ ਕੀਤਾ ਸਾਡੀ ਕੌਮ ਨੇ ਔਰ ਉਹਦੇ ਬਾਰੇ ਸਮਝਦੇ ਹੋ, ਜਾਣਦੇ ਹੋ ਉਸ ਪੂਰੇ ਜੋ ਸਾਡਾ ਇਤਿਹਾਸ ਹੈਗਾ, ਹਿਸਟਰੀ ਬਾਰੇ? ਨਾਭੇ ਦੀ ਹਿਸਟਰੀ ਬਹੁਤ ਰਿਚ ਹਿਸਟਰੀ ਹੈ। ਵੀ ਹੀਰਾ ਸਿੰਘ ਜੀ ਨੂੰ ਧਰਮੀ ਰਾਜੇ ਬੁਲਾਉਂਦੇ ਸੀ। ਇੱਕ ਲੈਗੇਸੀ ਹੈ, ਉਸ ਲੈਗੇਸੀ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੈ, महसूस ਕਰਦੇ ਹੋ? गुरु साहब से यही प्रार्थना करती हूँ कि गुरु महाराज हमको सही राह पे रहें और सही राह दिखाते रहना कि कभी हम कहीं कुछ गलत ना हो जाए। ਬਹੁਤ ਸਾਰੇ ਲੋਕ ਜਿਹੜੇ ਉਸ ਇਕੱਠ ਦੇ ਵਿੱਚ ਵੀ ਸ਼ਾਮਲ ਹੋਏ ਕਾਸ ਦੇ ਨਾਲ, ਅਸੀਂ ਆਪਣਾ ਰਾਜ ਦੁਬਾਰਾ ਲੈਣਾ। इसकी दस्तारबंदी को ना लोग उससे कनेक्ट कर रहे हैं कि उनको ताजपोशी, हाँ, ताजपोशी से कनेक्ट कर रहे हैं। तो मैं इसमें लोगों को गलत भी नहीं कहूँगी क्योंकि उनके इमोशंस जुड़े इस चीज़ से। ਜਿਹੜੀਆਂ ਰੀਲਾਂ ਵਾਇਰਲ ਹੋਈਆਂ ਉਹ ਇਮੋਸ਼ਨ ਚੋਂ ਹੀ ਆਈਆਂ। इमोशंस ही आए। ਬਹੁਤ ਸਾਰੇ ਮਹਿਮਾਨ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਉਸ ਨੂੰ ਇੱਕ ਪੋਲੀਟੀਕਲ ਐਂਗਲ ਦੇ ਨਾਲ ਦੇਖਣਾ ਸ਼ੁਰੂ ਹੋ ਗਿਆ। ਪੋਲਿਟਿਕਸ ਨਾਲ ਕੋਈ ਸੰਬੰਧ ਹੈ? नहीं जी, कोई संबंध नहीं। तो बोलता है कि मम्मा अगर मैं आपकी बेटी होता तो क्या मेरे बाल नहीं संभालते? अगर आपकी बेटी होती तो मैंने कहा हाँ बेटा संभालती। तो बोले प्लीज़ मेरे भी संभाल लो मम्मा, मैं सिख हूँ, मैं अपने बाल नहीं कटवाना चाहता। हीरा महल को भी इसी के चक्कर में संभाला है क्योंकि इसको यहाँ रहना है, इसको संभालना है, मेरा महल मेरा महल मेरा महल कर करके। तब इसको लगा कि मैं इसका इमोशन समझ नहीं पा रही हूँ, तो मेरी तरफ ऐसे सीधे से देख के मेरे को बोलता है मम्मा पीपल देखो। बोले जो पीपल की जड़ें इस दीवार में जा रही है ना, तो मुझे ऐसा लगता है कि मेरे दिल में जा रही है। मैं आपको बता नहीं सकता मुझे कितना दुख है। ਸਤਿ ਸ਼੍ਰੀ ਅਕਾਲ, ਮੈਂ ਰਵੀ ਹਾਂ, ਤੁਸੀਂ ਸੁਨੇਹਾ ਦੇਖ ਰਹੇ ਹੋ। 2 ਫਰਵਰੀ ਯਾਦ ਰਹੇਗੀ ਕਿਉਂਕਿ ਉਸ ਦਿਨ ਨਾਭਾ ਰਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਜੈਕਾਰੇ ਗੂੰਜੇ। ਇੱਕ ਚੌਂਕੜੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕੰਪਲੀਟ ਹੋਏ ਤਾਂ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚੀਆਂ। ਉਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਉਸ ਤੋਂ ਬਾਅਦ ਓਬਜ਼ਰਵ ਕੀਤਾ ਗਿਆ। ਕਈ ਤਰ੍ਹਾਂ ਦੀਆਂ ਦੰਦ ਕਥਾਵਾਂ ਚੱਲੀਆਂ ਸੋਸ਼ਲ ਮੀਡੀਆ ਤੇ, ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਜੋ ਭਾਵਨਾਵਾਂ ਦੇ ਨਾਲ ਜਾ ਕੇ ਜੁੜਦੀਆਂ ਸੀ। ਔਰ ਖਾਸ ਗੱਲ ਇਹ ਕਿ ਲੋਕਾਂ ਦੇ ਵਿੱਚ ਇੱਕ ਆਸ ਦਾ ਜਾਗਣਾ। ਆਸ ਦਾ ਮੈਂ ਇਸ ਕਰਕੇ ਕਹਿ ਰਿਹਾ ਕਿ
ਸਾਡਾ ਸਿੱਖ ਰਾਜ ਸੀ। ਸਿੱਖ ਰਾਜ ਹੱਥੋਂ ਖੁੱਸਿਆ ਤਾਂ ਉਹਦੀ ਇੱਕ ਵੱਖਰੀ ਲੜਾਈ ਹੁਣ ਤੱਕ ਵੀ ਚੱਲ ਰਹੀ ਹੈ ਬਹੁਤ ਸਾਰੇ ਲੋਕਾਂ ਦੇ ਵੱਲੋਂ। ਜਦੋਂ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਤਾਂ ਇੱਕ ਆਸ ਇਹ ਵੱਜੀ ਕਿ ਸ਼ਾਇਦ ਸਿੱਖ ਰਾਜ ਵਰਗੀ ਕੋਈ ਕਹਾਣੀ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ। ਨਾਭਾ ਰਿਆਸਤ ਦਾ ਬਹੁਤ ਵੱਡਾ ਔਰ ਇੱਕ ਵੱਡਾ ਇਤਿਹਾਸ ਹੈ, ਜਿਸ ਇਤਿਹਾਸ ਦੇ ਵਿੱਚ ਮਹਾਰਾਜਾ ਰਿਪੂ ਦਮਨ ਸਿੰਘ ਹੋਰਾਂ ਨੂੰ ਯਾਦ ਕੀਤਾ ਜਾਂਦਾ ਹੈ। ਉਹਨਾਂ ਨੇ ਆਪਣੇ ਤਨ 'ਤੇ ਬਹੁਤ ਸਾਰੇ ਦੁੱਖ ਝੱਲੇ। ਉਹਨਾਂ ਨੇ ਉਸ ਸਮੇਂ ਦੀਆਂ ਸੱਤਾ ਦੇ ਵਿੱਚ ਆਉਣ ਵਾਸਤੇ ਅੰਗਰੇਜ਼ਾਂ ਦਾ ਵਿਰੋਧ ਕੀਤਾ। ਉਹਨਾਂ ਦੇ ਨਾਲ ਜੋ ਕੁਝ ਵਾਪਰਿਆ ਤੁਸੀਂ ਸੋਸ਼ਲ ਮੀਡੀਆ 'ਤੇ ਅੱਜ ਸਰਚ ਕਰ ਰਹੇ ਹੋ, ਜੇ ਨਹੀਂ ਕੀਤਾ ਤਾਂ ਕਰਕੇ ਦੇਖਿਓ ਕਿ ਨਾਭਾ ਰਿਆਸਤ ਕੀ ਹੈ। ਪਰ ਇਸ ਦੇ ਵਿੱਚ ਹੁਣ ਪਰਿਵਾਰ ਪਹੁੰਚਿਆ। ਇਹ ਬਹੁਤ ਸਾਰੀਆਂ ਪੀੜ੍ਹੀਆਂ ਦੇ ਵਿੱਚੋਂ ਹੋ ਕੇ ਗੱਲ ਜਦੋਂ ਨਿਕਲੀ ਤਾਂ ਕਈ ਚੀਜ਼ਾਂ ਸਾਹਮਣੇ ਆਈਆਂ ਕਿ ਇੱਕ ਬੱਚਾ ਜਿਸ ਦਾ ਨਾਮ ਕੁੰਵਰ ਅਬੇ ਉਦੇ ਪ੍ਰਤਾਪ ਸਿੰਘ ਹੈ, ਉਸ ਨੂੰ ਸੁਪਨਾ ਆਉਂਦਾ ਹੈ ਔਰ ਸੁਪਨੇ ਦੇ ਵਿੱਚ ਉੱਠ ਕੇ ਉਹ ਆਪਣੇ ਮਾਪਿਆਂ ਦੇ ਨਾਲ ਗੱਲ ਕਰਦਾ ਹੈ ਔਰ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਕਿ ਪਰਿਵਾਰ ਜਿਹੜਾ ਹੈ ਉਹ ਅਚੰਭੇ ਦੇ ਵਿੱਚ ਆ ਜਾਂਦਾ। ਕੀ ਇਹ ਸੱਚ ਹੈ ਜਾਂ ਇਸ ਦੇ ਪਿੱਛੇ ਕੁਝ ਹੋਰ ਹੈ? ਅਸਲ ਦੇ ਵਿੱਚ ਕਹਾਣੀ ਕੀ ਹੈ? ਔਰ ਜਿਹੜੀਆਂ ਆਸਾਂ ਦੀ ਮੈਂ ਗੱਲ ਕਰਦਾ ਉਹਨਾਂ ਬਾਬਤ ਵੀ ਅਸੀਂ ਗੱਲਬਾਤ ਕਰਾਂਗੇ। ਭੂਮਿਕਾ ਥੋੜ੍ਹੀ ਲੰਬੀ ਹੈ ਪਰ ਇਸ 'ਤੇ ਚਰਚਾ ਕਰਨੀ ਬਹੁਤ ਲਾਜ਼ਮੀ ਹੈ। ਮੇਰੇ ਨਾਲ ਅਬੇ ਉਦੇ ਪ੍ਰਤਾਪ ਹੈਗੇ ਨੇ ਔਰ ਉਹਨਾਂ ਦੇ ਮਾਤਾ ਜੀ ਮਹਾਰਾਣੀ ਹੈਗੇ ਨੇ ਔਰ ਅਸੀਂ ਸਾਰੀਆਂ ਗੱਲਾਂ ਉਹਨਾਂ ਦੀ ਜ਼ੁਬਾਨੀ ਸਮਝਾਂਗੇ ਕਿ ਆਖਰਕਾਰ ਇਹਨਾਂ ਦੇ ਵਿੱਚ ਸੱਚ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੋ? ਚੜ੍ਹਦੀ ਕਲਾ। ਚੜ੍ਹਦੀ ਕਲਾ। ਅਜਿਹੇ ਸ਼ਬਦ ਮੈਂ ਬਹੁਤ ਸਾਰੇ ਮੈਨੂੰ ਲੱਗਦਾ ਹੈ ਕਿ ਤੁਹਾਡੀ ਜ਼ੁਬਾਨ 'ਚੋਂ ਆਉਣਗੇ ਔਰ ਉਹ ਚੰਗੇ ਲੱਗਣਗੇ ਸਾਡੇ ਸੁਣਨ ਵਾਲਿਆਂ ਨੂੰ ਵੀ। ਅੱਛਾ, 2 ਫਰਵਰੀ ਹਾਂਜੀ ਦਸਤਾਰਬੰਦੀ ਹੋਈ ਜੀ। ਉਸ ਤੋਂ ਬਾਅਦ ਅਹਿਸਾਸ ਕੀ ਹੈ ਅਬੇ ਉਦੇ ਪ੍ਰਤਾਪ ਦਾ? ਖੁਸ਼ੀ ਤਾਂ ਬਹੁਤ ਹੈ ਜੀ, ਕਿਉਂਕਿ ਜਦੋਂ ਮੈਂ ਦਸਤਾਰਬੰਦੀ ਹੋਣ ਤੋਂ ਬਾਅਦ ਜਦੋਂ ਮੈਂ ਆਪਣਾ ਫ਼ੋਨ ਖੋਲ੍ਹਿਆ, ਆਪਣੀ ਆਈਡੀ ਖੋਲ੍ਹੀ, ਮੈਂ ਦੇਖਿਆ ਕਿ ਪਹਿਲੀ ਗੱਲ ਤਾਂ ਮੇਰੇ ਫੋਲੋਅਰ ਬਹੁਤ ਵੱਧ ਗਏ ਸੀਗੇ ਤੇ ਪਲੱਸ ਕੀ ਕਹਿੰਦੇ ਆਪਾਂ ਵੀ ਹਰ ਦੂਜੀ ਰੀਲ ਆਪਣੇ ਬਾਰੇ ਸੀ। ਬਿਲਕੁਲ। ਨਾਭੇ ਦੇ ਰਿਆਸਤ ਬਾਰੇ ਵੀ ਖਾਲਸਾ ਰਾਜ ਆਉਣ ਲੱਗਾ ਤੇ ਹੀਰਾ ਮਹਿਲ ਦੇ ਵਿੱਚ ਰੌਣਕਾਂ ਲੱਗੀਆਂ, ਮਤਲਬ ਸਾਲਾਂ ਬਾਅਦ ਇੱਦਾਂ ਦਾ ਕਰਕੇ। ਤਾਂ ਮੈਨੂੰ ਮਤਲਬ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਹੱਥ ਜੋੜ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਇੰਨਾ ਪਿਆਰ ਦਿੱਤਾ ਅਤੇ ਇੰਨੀ ਰੀਲਾਂ ਪਾਈਆਂ ਨੇ ਮਤਲਬ ਸਾਡੇ ਲਈ। ਅੱਛਾ, ਜਦੋਂ ਉੱਥੇ ਆਲੇ ਦੁਆਲੇ ਜੈਕਾਰੇ ਗੂੰਜ ਰਹੇ ਸੀ, ਸਾਰੀ ਗੱਲ ਹੋ ਰਹੀ ਸੀ ਤਾਂ ਤੁਹਾਡੀਆਂ ਅੱਖਾਂ ਦੇ ਵਿੱਚ, ਤੁਸੀਂ ਜਦੋਂ ਸਪੀਚ ਕਰ ਰਹੇ ਸੀ ਅੱਖਾਂ ਦੇ ਵਿੱਚ ਹੰਝੂ ਆਏ ਸੀ, ਉਹ ਕਿਉਂ ਸੀ? ਮਤਲਬ ਉਹ ਅਹਿਸਾਸ ਕੀ ਸੀ? ਪ੍ਰਾਊਡਨੈਸ ਵੀ ਜਦੋਂ ਨਿਹੰਗ ਸਿੰਘ ਹੁਣੀ ਜੈਕਾਰੇ ਛੱਡ ਰਹੇ ਸੀ, ਜਦੋਂ ਸੰਗਤ ਵੀ ਜੈਕਾਰੇ ਛੱਡ ਰਹੀ ਸੀਗੀ, ਫਿਰ ਵੀ ਜਿੱਦਾਂ ਬੰਦੇ ਨੂੰ ਜੋਸ਼ ਨਹੀਂ ਚੜ੍ਹਦਾ ਉੱਦਾਂ ਜੋਸ਼ ਚੜ੍ਹਿਆ ਸੀਗਾ। ਅਤੇ ਵੀ ਇੰਨਾ ਪ੍ਰਾਊਡ ਫੀਲ ਹੋਇਆ ਵੀ। ਅਤੇ ਇੱਕ ਹੋਰ ਵੀ ਚੀਜ਼ ਮੈਂ ਫੀਲ ਹੋਈ ਵੀ ਮੈਂ ਆਪ ਨੂੰ ਬਹੁਤ ਕਿਸਮਤ ਵਾਲਾ ਮੰਨਦਾ ਵੀ ਮੈਨੇ ਇੱਕ ਇਹੋ ਜਿਹੇ ਪਰਿਵਾਰ 'ਚ ਜਨਮ ਲਿੱਤਾ ਜਿਸ ਪਰਿਵਾਰ ਦੇ ਪੂਰਵਜਾਂ ਨੇ ਸਿੱਖੀ ਲਈ ਆਪਣੀ ਜਾਨ ਦੇ ਦਿੱਤੀ ਸੀ, ਸਿੱਖੀ ਲਈ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸੀ। ਬਿਲਕੁਲ। ਹਾਂਜੀ। ਅੱਛਾ ਮਹਾਰਾਜ ਜੀ, ਸਭ ਤੋਂ ਪਹਿਲਾਂ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਭੂਮਿਕਾ ਦੇ ਵਿੱਚ ਇੱਕ ਗੱਲ ਕੀਤੀ ਕਿ ਕਈ ਤਰ੍ਹਾਂ ਦੀਆਂ ਚਰਚਾਵਾਂ ਦੇ ਵਿੱਚੋਂ ਗੱਲ ਇਹ ਵੀ ਆਉਂਦੀ ਹੈ ਕਿ ਅਬੇ ਉਦੇ ਪ੍ਰਤਾਪ ਬਚਪਨ ਦੇ ਵਿੱਚ ਸੀ, 6-7 ਸਾਲ ਦੇ ਸੀ, ਇੱਕ ਸੁਪਨਾ ਆਉਂਦਾ ਹੈ ਔਰ ਪਰਿਵਾਰ ਅਚੰਭੇ ਦੇ ਵਿੱਚ ਚਲਾ ਜਾਂਦਾ ਹੈ ਔਰ ਉਹ ਕੁਛ ਡਰਾ ਕਰਦੇ ਨੇ, ਆਪਣੀ ਤਲਵਾਰ ਮੰਗਦੇ ਨੇ। ਇਹ ਚੀਜ਼ਾਂ ਹੈਗੀਆਂ ਨੇ ਸੋਸ਼ਲ ਮੀਡੀਆ 'ਤੇ, ਇਹਦਾ ਸੱਚ ਕੀ ਹੈ? ਦੇਖੋ ਜੇ ਮੈਂ ਆਪਣੇ ਹਿਸਾਬ अच्छा ਨਾਲ ये ਦੱਸਾਂ बताएगा चलो। ਤਾਂ ਦੇਖੋ ਜਿਹੜੀ ਸੁਪਨੇ ਵਾਲੀ ਗੱਲ ਸੀ ਉਹ ਤਾਂ ਇਹ ਗੱਲ ਮਤਲਬ ਹੋਈ, ਮਤਲਬ ਹੁੰਦਾ ਕੀ ਸੀਗਾ ਵੀ ਮੈਨੂੰ ਸ਼ੁਰੂ ਤੋਂ ਹੀ ਕੀ ਕਹਿੰਦੇ ਆਪਾਂ ਨਾਭੇ ਨਾਲ ਬਹੁਤ ਲਗਾਵ ਸੀਗਾ। ਸ਼ੁਰੂ ਤੋਂ ਹੀ ਹੀਰਾ ਮਹਿਲ, ਨਾਭਾ, ਮਤਲਬ ਰਾਜ ਸਾਂਭਣਾ, ਮਤਲਬ हीरा महल को ਸ਼ੁਰੂ ਤੋਂ- संभालना ਹਾਂ, बेसिकली। यस। ਮਤਲਬ ਨਾਭੇ ਦਾ ਰਾਜ ਸਾਂਭਣਾ, ਮਹਿਲ ਨੂੰ ਸਾਂਭਣਾ ਪਹਿਲਾਂ ਤੋਂ ਹੀ ਬਹੁਤ ਚੰਗਾ ਲੱਗਦਾ ਸੀਗਾ। ਅਤੇ ਮੈਂ ਨਾ ਕੇਸਰੀ ਕੱਪੜਾ ਪਾੜ ਕੇ ਉਹਦੇ ਉੱਤੇ ਨਿਸ਼ਾਨ ਸਾਹਿਬ ਡਰਾ ਕਰਕੇ ਫਿਰ ਘਰ ਦੇ ਉੱਪਰ ਝੰਡੇ ਵਗੈਰਾ ਲਾਉਂਦਾ ਸੀਗਾ। ਬਟ ਜਿਹੜੀ ਆ ਸੁਪਨੇ ਵਾਲੀ ਕਿੰਨੇ ਕੁ ਸਾਲ ਦੀ ਗੱਲ ਹੈ? ਕਿੰਨੇ ਸਾਲ ਸੀ ਤੁਹਾਡੀ ਉਮਰ ਉਸ ਵੇਲੇ? ਦੇਖੋ ਜਦੋਂ ਮੈਂ ਨਿਸ਼ਾਨ ਸਾਹਿਬ ਦੇ ਝੰਡੇ ये ਲਾਉਣੇ निशान साहब जब बनाता था उस टाइम तो जब वो बच्चा पेंसिल हाथ में पकड़ने लग जाता है ना, जब से उदो ही करता। 4 साल ਦਾ ਸੀਗਾ ਜੀ ਉਦੋਂ, 4 ਮਤਲਬ 5 3 ਸਾਲ 2.5 ਸਾਲ 2.5-3 साल का ही था। ਅੱਛਾ, ਉਦੋਂ ਤੋਂ ਹੀ ਬਣਾਉਣਾ ਸ਼ੁਰੂ ਕਰਤਾ।
ਫਿਰ ਲੱਕੜ ਨਾਲ ਬੰਨ੍ਹ ਕੇ ਆਪਾਂ ਕੋਠੇ ਤੇ ਲਾ ਦਿੰਦੇ ਸੀ ਵੀ ਖਾਲਸਾ ਰਾਜ ਆਪਣਾ। ਤੁਹਾਨੂੰ ਹੈਰਾਨੀ ਹੁੰਦੀ ਸੀ? हैरानी तो होती सी, मतलब आपको, आप विश्वास नहीं करेंगे इस बात का, थोड़ा सुनने में अजीब लगेगा, मुझे उस टाइम तक ये भी नहीं पता था कि निशान साहब क्या होता है। बट हाँ ये था कि कुछ Okay. सिख रिलीजन अपना ये साइन है, बिकॉज मैं खुद एक राजपूत ਅੱਜ बैकग्राउंड से ਤੋਂ हूँ। 10 ਸਾਲ ਪਹਿਲਾਂ, ਕਿਉਂਕਿ ਅਬੇ ਦੇ ਪ੍ਰਤਾਪ ਹੁਣ 13 ਸਾਲ ਦੇ ਨੇ। हाँ 3 ਸਾਲ ਦੀ ਉਮਰ ਦੀ ਗੱਲ ਹੈ। हाँ हाँ, ठीक तो है। मतलब मैं एक राजपूत बैकग्राउंड से हूँ और हिंदू मैंने फैमिली ਨੂੰ belong। हिंदू फैमिली में जी। बिलोंग करती हूँ, मेरा ब्याह इस परिवार में हुआ है। जी। बट हाँ इतना पता था कि हाँ ये सिख रिलीजन अपना उसके रिलेटेड है। तो मैं सोचती पता नहीं क्या बनाता रहता है ये, क्या करता रहता है। और ऐसे ही बस लगता था कि कोई पुरानी आत्मा है, पार्टीशन के टाइम की कोई भटकती हुई आत्मा आ गई अपने मेरे पास। मैं इस तरह की बात करती थी मेरे मदर लॉ से कि मैं इनका मम्मा पता नहीं क्या करता रहता है। बट देन आई थॉट, कभी कभी ऐसे सुना था कि बच्चों को अपना पास्ट याद होता है, वो भी टाइम भूल जाते हैं, तो मुझे था कि कोई बात नहीं, कुछ टाइम में विल फॉरगेट। अच्छा, सुपने वाली गल कितनी कुछ सच्ची है? सपना तो कभी ऐसे कोई सपने वाली बात तो कभी नहीं हुई है, ऐसे सपना नहीं। बट हाँ ये है कि ये सोने से पहले कभी भी हाँ ऐसे दुखी हो जाता था कि अरे मेरे महल को क्या हो गया है, नाभा के लोगों को क्या हो गया, मेरा महल कैसा कर दिया है, ऐसी बातें ज़रूर बोलता था। ਤੁਹਾਨੂੰ ਪੁਨਰਜਨਮ ਵਰਗੀਆਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਹੈ? नहीं है बिल्कुल, और मुझे बिल्कुल भी विश्वास नहीं था इन चीज़ों में। और मैं खुद एक लॉयर हूँ और बहुत प्रैक्टिकली लाइफ को देखती हूँ कि जो समय है अभी के हिसाब से चीज़ें। बट सम टाइम आई फील कि मे बी गॉड मेड मी बिलीव, और आई डोंट नो, आई जस्ट ਤੁਸੀਂ ਹਾਲੇ ਵੀ ਕਨਫਿਊਜ਼ ਹੋ? मैं ना कन्फ्यूजन को मैंने पूरा अपना सारा कन्फ्यूजन है जो भी मन में है वो सब गुरु साहब के ऊपर छोड़ दिया कि भैया जैसी आपकी आज्ञा, जैसा आप जो रास्ता दिखाओगे मैं उसके हिसाब से चलती जाऊंगी। सो मैं अब कुछ ना आगे सोचती हूँ ना पीछे सोचती हूँ, बस आज का दिन कैसे अपने को अच्छा करना है, कैसे क्या करना है, बस वही सोचती हूँ। अच्छा, और दस्तार बंदी भी, मतलब मैंने, आई एम सो थैंकफुल कि दैट सो मेनी पीपल, लोगों ने अपना वो डाला है इसमें, और इस तरह से मतलब इतने लोगों ने आके इसको आशीर्वाद दिया, इतने लोगों ने आके इसको दस्तार दी। दस्तारबंदी होने के बाद भी लगातार लोग आ रहे, बहुत लोग जत्थेबंदी आ रही हैं इसके लिए दस्तार लाके। तो मतलब अंदर से मुझे इतना अच्छा और इतना अफेक्शनेट महसूस हो रहा है कि मेरे बच्चे को इतना लोगों का प्यार मिल रहा है। और मतलब आई एम वेरी टच्ड विद एवरीवन। जैसे भी ਇੱਕ ਨਾ ਸਿੱਖ ਪਰੰਪਰਾ ਦੇ ਵਿੱਚ, ਪ੍ਰਥਾ ਦੇ ਵਿੱਚ, ਜਾਂ ਕਹਿ ਲਓ ਕਿ ਸ਼ਬਦਾਵਲੀ ਦੇ ਵਿੱਚ ਨਾ ਇੱਕ ਗੱਲ ਕਹੀ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਦੀ, ਵਾਹਿਗੁਰੂ ਦੀ ਨਾ ਕਲਾ ਵਰਤੀ ਹੈ। बिल्कुल ਇਹ ਆਮ ਤੌਰ ਤੇ ਜਦੋਂ ਕੁਝ ਇਦਾਂ ਦਾ ਘਟਦਾ ਨਾ ਤੇ ਅਸੀਂ ਕਹਿੰਦੇ ਆ ਕਿ ਵਾਹਿਗੁਰੂ ਦੀ ਕਲਾ ਵਰਤ ਗਈ। मैं ਤੁਹਾਨੂੰ ਲੱਗਦਾ ਕਿ ਇਹੋ ਹੀ ਹੈ? बिल्कुल, मैं आपको बताऊं, जब ये दस्तारबंदी का प्रोग्राम था मेरे सब गेस्ट आने कंफर्म हो गए थे, और बीच में उसके 2 दिन पहले बड़ी ठंड हो रही थी, बारिश हो रही थी जी। तो 2 फरवरी वाले दिन भी बारिश दिखा रहा था वेदर में 65%। तो भैया जो हमारे, ਅੱਛਾ, ਜਦੋਂ ਇਹ ਤੈਅ ਹੋ ਚੁੱਕਿਆ ਸੀ ਕਿ 2 हाँ, ਫਰਵਰੀ ਹੋਏਗੀ, मतलब वो 2-3 दिन पहले की बात है। ਓਕੇ। ਤੇ 1 ਤਾਰੀਖ ਨੂੰ ਬਾਰਿਸ਼ ਦਿਖਾ ਰਹੀ ਸੀ, ਉਹ ਵੀ ਰਾਤ ਨੂੰ हाँ, और 65-70%। हाँ पैसे से, तो फिर बड़ा सबको कन्फ्यूजन था। बट मेरा हमेशा मानना है कि अगर हम पूरी तरह से गुरु साहब के ऊपर कुछ छोड़ दें तो मैं बस अरदास में यही करी थी कि गुरु महाराज अच्छे से हो जाए, उस टाइम बारिश ना हो, मौसम खुला हो, ऊपर तक पौड़ियों पे सब लोग ऊपर तक चढ़ेंगे, पौड़ियाँ पतली हैं तो किसी को चोट ना लगे। और बाबा राजा सिंह जी एक चोखड़े पे पाठ कर रहे हैं तो निर्विघ्न हो जाए, उन्हें कोई प्रॉब्लम ना हो होने में, क्योंकि पाठ अच्छे से हो जाए पूरा। तो मैं ये अरदासें कर रही थी कि खाना कम ना पड़े, सबको अच्छे से हो जाए, सब लोग राजी खुशी आएँ, राजी खुशी जाए, लंगर अच्छे से हो जाए, सब राजी खुशी आएँ, राजी खुशी जाएँ करके मैं ये अरदास कर रही थी। तो जैसे बोलते हैं ना कि अगर मैं मानूँ कि मैं भीख मांग रही हूँ तो मैं 1 रुपया मांग रही थी गुरु साहब से, और गुरु साहब ने 1 लाख रुपए डाल दिए। तो अभी जो लोगों का प्यार देखने को मिल रहा है इसके लिए, जिस तरह से इसको मेरे पास इतने फ़ोन्स आ रहे हैं, मैसेजेस आ रहे हैं। ਪਿਆਰ ਕੱਲੇ ਅਬੇ ਉਹਦੇ ਪ੍ਰਤਾਪ ਲਈ ਨਹੀਂ ਹੈ, ਪੂਰੀ ਰਿਆਸਤ ਦੇ ਲਈ ਹੈ, ਪੂਰੇ ਵੰਸ਼ਜ ਦੇ ਲਈ, पूरे परिवार ਦੇ ਲਈ, तो वो उस इतिहास दे लिए है। हाँ, तो वो प्यार देख के मुझे लग रहा है कि ये गुरु साहब का वो आशीर्वाद है। जो मैंने 1 रुपया की अरदास करी थी, वो जो लाख डाल दिए, वो सारा गुरु साहब की मेहर है।
ਅੱਛਾ ਬਚਪਨ ਦੇ ਬਾਰੇ ਅੱਛਾ ਤੁਹਾਡੇ 'ਚ ਕੀ ਵੱਖਰਾ ਕੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਅਬੇ ਉਹਦੇ ਪ੍ਰਤਾਪ ਦੇ ਵਿੱਚ ਵੱਖਰਾ ਹੈ ਜੋ ਤੁਸੀਂ ਨਹੀਂ ਸੀ ਸੋਚਦੇ ਕਿ ਸਾਡੇ ਕਿਸੇ ਬੱਚੇ ਦੇ ਵਿੱਚ ਅਜਿਹਾ ਹੋਏਗਾ, ਉਹਨਾਂ ਦੇ ਵਰਤਾਓ ਦੇ ਵਿੱਚ, ਉਹਨਾਂ ਦੇ ਵਿੱਚ? इसका अब अब मैं कभी इसके मुंह पे ये बातें नहीं कहती हूँ, बट इसका ना सोच बहुत डीप सोच है इसकी। जैसे आपको एक इसका जब ये 8-9 साल का, तो उसका एक इंसिडेंट मैं शेयर करूँ तो हमारे घर में एक मेड थी जिसने कुछ सामान चोरी करा, कुछ चांदी का। बाद में वो पता पड़ गया उसने ही करा है, तो उसने माफ़ी मांग ली। तो मैंने कहा चलो ठीक है, करते रहो काम, हम माफ़ी मांग ली, बात ख़त्म हो गई जी। ये मेरे पीछे पड़ा रहा कि मम्मा आप उसको निकाल दो, उसको निकाल दो, मत रखो घर में, निकाल दो। मैंने ध्यान नहीं दिया, बच्चा बोले जा रहा है, ठीक है, ऐसे कुछ मैंने इतना सीरियसली लिया नहीं। उसके कुछ दिन बाद हम लोग कहीं से वापस आ रहे थे और हम लोग खुद ही गाड़ी चला थे, ड्राइवर नहीं था, और रास्ते में गाड़ी का टायर पंचर हो गया। तो गाड़ी के अंदर स्टेपनी नहीं थी। मैंने ड्राइवर को फ़ोन करा, ड्राइवर बोलते हो मैं तो भूल गया, यहीं रखी है स्टेपनी। तो मुझे बड़ा गुस्सा आया उस पर कि मैंने कहा स्टेपनी वहाँ क्या कर रही है। तो मैंने कहा मैं शाम को पहुँचूँगी, अपना हिसाब बना के रखना। मतलब उसको मैंने कहा कि भाई अपना हिसाब बना के रखना। कि मुझे पूरे रास्ते समझाता रहा कि ड्राइवर को मत निकालो करके। मैंने फिर भी इतना ध्यान नहीं दिया, पर वो होता है कि आते आते गुस्सा ठंडा हो गया, नहीं निकाला और बात ख़त्म हो गई। मैंने इससे रात में पूछा, मैंने कहा अभी ये बात तो बहुत गलत है, आप मेरे पीछे पड़े हो कि मैं उस मेड को निकाल दूँ। एक को निकाल दो, एक को रख लो, उसकी वजह क्या है? हाँ, एक को निकाल दो, उस और ड्राइवर के लिए पीछे पड़े हो कि उसको मत निकालो। तो मैंने कहा जस्ट बिकॉज वो ड्राइवर आपके साथ खेलता है इस वजह से। तो ये मुझे बोलता है नहीं मम्मा ऐसा बिल्कुल भी नहीं है। तो मैंने कहा फिर क्या है? तो उसने बोला मम्मा उस मेड ने चोरी करी। चोरी इंसान सोच समझ के, जानबूझ के, उसको पता है वो आपके साथ गलत कर रही है, फिर भी उसने किया। उसने उसको पता था वो आपके साथ गलत कर रही है, अपनी मर्ज़ी से आपके साथ उसने आपको हार्म करने की कोशिश करी, गलत किया। बोले ड्राइवर गलती से स्टेप नहीं रखना भूल गया था, उसका इंटेंशन आपको हार्म करने का नहीं था। तो बोले मम्मा दोनों की सोच में फ़र्क है। और दैट मेड मी फील कि यार बात तो बिल्कुल सही कह रहे। तो फिर अगले दिन ही मैंने मेड को बोला कि भाई तुम कहीं और नौकरी देख लो। उस तो बाद सीरियस लेना शुरू कर। उसके बाद ही मतलब ऐसे बहुत सारे इंसिडेंट है, बट एक दिस इज़ वन ऑफ द इंसिडेंट जिसकी सोच मतलब बहुत डीपली और ऐसे लॉजिकली सोच के हमेशा मुझे जवाब देता है। ਬਚਪਨ ਦੀਆਂ ਗੱਲਾਂ ਚੱਲ ਰਹੀਆਂ ਅਬੇ ਉਹਦੇ, ਤੁਸੀਂ ਘੋੜਸਵਾਰੀ ਕਰਦੇ ਹੋ, ਸਿੱਖੀ ਹੈ ਕਿਤੋਂ, ਕਿਉਂ ਚੰਗੀ ਲੱਗਦੀ ਹੈ? ਦੇਖੋ ਸ਼ੁਰੂ ਤੋਂ ਹੀ ਘੋੜ ਸਵਾਰੀ ਨਾਲ ਬਹੁਤ ਲਗਾਵ ਸੀ, ਤੇ ਜਦੋਂ ਮੈਂ ਸ਼ੁਰੂ ਤੋਂ ਕਦੋਂ? ਬਚਪਨ ਤੋਂ। ਤੁਸੀਂ ਹੁਣ ਵੀ ਬਚਪਨ 'ਚ ਹੀ ਹੋ? हाँ जी, भी मतलब जब तो छोटा सा था, ढंग से चल भी नहीं पाता था, तब भी घोड़े पे बैठा दो तो घंटों नहीं उतरता था घोड़े। ਇਹੀ ਗੱਲਾਂ ਨੇ ਜਿਹੜੀਆਂ ਸਾਡੇ ਸੁਣਨ ਵਾਲੇ ਸੁਣਨੀਆਂ ਚਾਹੁੰਦੇ ਨੇ ਐਕਚੁਅਲੀ। ਮੇਰੇ ਜਿਹੜੇ ਜਿਹੜੇ ਮੇਰੇ ਦਾਦੀ ਜੀ ਨੇ, ਉਹਨਾਂ ਦੇ ਇੱਕ ਸਿਸਟਰ ਨੇ, ਉਹਨਾਂ ਦਾ ਫਾਰਮ ਹੈ ਦਿੱਲੀ 'ਚ, ਹੈ ਨਾ। ਤਾਂ ਉਦੋਂ ਮੈਂ ਸਕੂਲ 'ਚ ਕਰਦਾ ਸੀਗਾ ਰਾਈਡਿੰਗ ਵੀ। ਉਸ ਟਾਈਮ ਮਤਲਬ ਬਹੁਤ ਮਤਲਬ ਉਸ ਟਾਈਮ ਮੰਨ ਲਓ ਟੌਪ ਦਾ ਰਾਈਡਰ ਸੀਗਾ। ਉਦੋਂ ਜਦੋਂ ਮੈਂ ਮੈਡਲ ਜਿੱਤ ਕੇ ਆਇਆ, ਜਦੋਂ ਉਹਨਾਂ ਨੇ ਮੈਡਲ ਦੇਖੇ ਤਾਂ ਉਹਨਾਂ ਨੇ 2 ਥਾਰੋ ਘੋੜੇ ਮਹਿਲ ਭੇਜੇ ਸੀ ਆਪਣੇ, ਅਤੇ ਇੱਕ ਘੋੜੀ ਭੇਜੀ ਸੀ ਪਹਿਲਾਂ ਜਿਹੜੀ ਆਪਾਂ PPS ਨੂੰ ਦੇਤੀ ਸੀ। ਅਤੇ ਹੁਣ ਆਪਣਾ ਨਾਭੇ ਮੰਡੀ 2025 'ਚ ਉਦੋਂ ਫਿਰ ਆਪਾਂ ਇੱਕ ਬਸ਼ੇਰਾ ਵੀ ਲਿੱਤਾ। ਓਕੇ। ਵੀ ਮੰਨ ਲਓ ਘੋੜ ਸਵਾਰੀ ਨਾਲ ਤਾਂ ਪੂਰਾ ਪਿਆਰ ਹੈ। ਨਿਸ਼ਾਨਾ ਵੀ ਮੈਂ ਸੁਣਿਆ ਕਿ ਤੁਹਾਡਾ ਖਾਸਾ ਚੰਗਾ। ਨਿਸ਼ਾਨਾ ਤਾਂ ਜੀ ਬਹੁਤ ਚੰਗਾ, ਕਿਉਂਕਿ ਪਹਿਲੀ ਗੱਲ ਤਾਂ ਇੱਕ ਮੈਂ ਤੁਹਾਡੇ ਨਾਲ ਇੱਕ ਇੰਸੀਡੈਂਟ ਕਰੂੰਗਾ ਸ਼ੇਅਰ। ਮੇਰੇ ਜਿਹੜੇ ਨਾਨਾ ਜੀ ਸੀਗੇ, ਬਹੁਤ ਮਤਲਬ ਉਹਨਾਂ ਦਾ ਪਹਿਲਾਂ ਇੱਕ ਫਾਰਮ ਹਾਊਸ ਹੁੰਦਾ ਸੀਗਾ ਇੰਦੌਰ 'ਚ ਹੀ ਕਿਤੇ ਹੁੰਦਾ ਸੀ, ਅਤੇ ਉੱਧਰ ਨਾ ਖੇਤਾਂ 'ਚ ਸੀਗਾ, ਖੇਤਾਂ 'ਚ ਪੂਰੇ ਮਿਡਲ 'ਚ। ਉੱਧਰ ਸੱਪ ਆ ਜਾਂਦੇ, ਸੱਪ ਦੀ ਬਹੁਤ ਪ੍ਰੋਬਲਮ ਸੀ ਉਸ ਟਾਈਮ, ਆਬਾਦੀ ਵੀ ਬਹੁਤ ਸੀ। ਤਾਂ ਮਜਬੂਰੀ ਕਰਕੇ ਉਹਨਾਂ ਦਾ ਸ਼ਿਕਾਰ ਕਰਨਾ ਬਹੁਤ ਜ਼ਰੂਰੀ ਸੀਗਾ। ਤਾਂ ਉਹ ਕੀ ਕਰਦੇ ਸੀਗੇ ਵੀ ਸ਼ੀਸ਼ਾ ਲੈਂਦੇ, ਆਪਣੀ ਬੰਦੂਕ ਆਪਣੇ ਮੋਢੇ 'ਤੇ ਰੱਖਦੇ, ਬੈਰਲ ਪਿੱਛੇ ਨੂੰ ਆ, ਇੱਧਰ ਟ੍ਰਿਗਰ ਹੈ, ਇੱਧਰੋਂ ਸ਼ੀਸ਼ਾ ਦੇਖਦੇ, ਕਿਉਂਕਿ ਸ਼ੀਸ਼ੇ 'ਚੋਂ ਦੇਖ ਕੇ ਨਿਸ਼ਾਨਾ ਲਾਉਂਦੇ ਸੀ। ਕਿਉਂਕਿ ਜਦੋਂ ਇੱਕ ਜਾਨਵਰ ਜਦੋਂ ਉਹ ਸੈਂਸ ਕਰ ਲੈਂਦਾ ਵੀ ਜੇ ਸ਼ੂਟਰ ਨੇ ਐਂ ਬੰਦੂਕ ਚੱਕੀ, ਆਲਾ ਪਾਸਾ ਸਾਡੇ ਉੱਤੇ ਏਮ ਕਰ ਰਿਹਾ, ਮਤਲਬ ਸ਼ੂਟਰ ਠੋਕ ਦੂ ਸਾਨੂੰ। ਤਾਂ ਕਰਕੇ ਹੁੰਦਾ ਕੀ ਸੀ, ਤਾਂ ਕਰਕੇ ਉਹਨਾਂ ਨੇ ਇੱਦਾਂ ਆਈਡੀਆ ਲਾਇਆ ਸੀਗਾ, ਸ਼ੀਸ਼ਾ ਇੱਧਰ, ਬੰਦੂਕ ਇੱਧਰ ਰੱਖੀ, ਪਿੱਛੇ ਨਿਸ਼ਾਨਾ, ਪਾਸ ਠੱਕ।
ਆਪਣੇ ਅੱਖਾਂ ਤੋਂ ਸ਼ੀਸ਼ੇ 'ਚ ਦੇਖਦੇ, ਸ਼ੀਸ਼ੇ ਤੋਂ ਜਿਹੜੀ ਰਿਫਲੈਕਸ਼ਨ ਆਉਂਦੀ, ਜਿਹੜੀ ਇਮੇਜ ਬਣਦੀ ਹੈ, ਉਹ ਤੋਂ ਸ਼ਿਕਾਰ ਕਰਦੇ ਸੀ। ਅਤੇ ਫਿਰ ਮੈਨੂੰ ਵੀ ਸ਼ੌਂਕ ਚੜ੍ਹਿਆ ਥੋੜ੍ਹਾ। ਫਿਰ ਮੈਂ ਜਿੱਦਾਂ ਨਰਫ ਗਨ ਨਹੀਂ ਹੁੰਦੀ ਆਪਣੀ ਟੋਏ ਗਨ, ਫਿਰ ਉਹ ਮੈਂ ਚੱਕੀ ਅਤੇ ਉਹੀ ਮੈਂ ਪਿੱਛੇ ਬੋਤਲ ਰੱਖੀ ਛੋਟੀ ਵਾਲੀ, ਅਤੇ ਕੀ ਕਹਿੰਦੇ ਆਪਾਂ ਸ਼ੀਸ਼ਾ ਲਿੱਤਾ, ਬਸ। ਸ਼ੀਸ਼ੇ ਦੇਖ ਕੇ ਨਿਸ਼ਾਨਾ ਲਾਉਣੇ ਹੁਣ ਵੀ? ਹਾਂਜੀ, ਹੁਣ ਤਾਂ ਨਹੀਂ, ਬਟ ਜਦੋਂ ਸ਼ੌਂਕ ਚੜ੍ਹਿਆ ਸੀ ਉਦੋਂ। ਵੈਸੇ ਤਾਂ ਹੁਣ ਵੀ ਕਰ ਲੈਂਦੇ ਹਾਂ, ਬਟ ਹੁਣ ਜ਼ਰੂਰਤ ਨਹੀਂ ਪੈਂਦੀ, ਤਾਂ ਕਰਕੇ ਹੁਣ ਤਾਂ ਨੋਰਮਲ। ਅੱਛਾ, ਜਿਹੜੀ ਉੱਪਰ ਫੋਟੋ ਲੱਗੀ ਹੋਈ ਹੈ ਉਹ ਸ਼ਾਇਦ ਪੜਦਾਦਾ ਜੀ ਦੀ ਹੈ ਇਹਨਾਂ ਦੇ? ਇੱਧਰ ਉੱਪਰ ਲੱਗੀ ਹੋਈ ਆ, ਉੱਪਰਲੇ ਪਾਸੇ ਜਿਹੜੇ ਬਿਲਕੁਲ ਤੁਹਾਡੇ ਸਾਹਮਣੇ। अच्छा ये हाँ ਹਾਂ, ਇਹ ਵਾਲੀ। ਮੈਂ ਹੈਰਾਨ ਹੋ ਰਿਹਾ ਸੀ ਇਸ ਨੂੰ ਦੇਖ ਕੇ ਕਿ ਮੈਨੂੰ ਨਹੀਂ ਲੱਗਦਾ ਕਿ ਰੱਤੀ ਭਰ ਵੀ ਇਸ ਫੋਟੋ 'ਚ ਤੇ ਉਦੈ ਪ੍ਰਤਾਪ ਹੋਰਾਂ ਦੀ ਬਣਤਰ ਦੇ ਵਿੱਚ ਕੁਝ ਫਰਕ ਲੱਗਦਾ ਹੈ। ਬਿਲकुल मैं अपने ग्रैंडफादर इन लॉ से तो मिली नहीं हूँ, पर जितना उनके बारे में सुना है दैट ही वाज अ वेरी जेंटलमैन, ही वाज अ वेरी पोलाइट पर्सन, जो ये नहीं है। कोई इशारा किया है उदय प्रताप? नहीं, मैं इशारा करके बोल रही हूँ कि ये वो नहीं है इतना पोलाइट और जेंटलमैन, ये बड़ा रफ। अच्छा सुभाਅ ਦੇ ਵਿੱਚੋਂ। हाँ, ओके हाँ, ओके, वैसे बोल रही हूँ मैं आपको। ਦਿੱਲੀ 'ਚ ਵੀ ਮਤਲਬ ਜੇ ਰਫ ਐਂਡ ਟਫ ਦੀ ਗੱਲ ਕਰੀਏ, ਦਿੱਲੀ 'ਚ ਵੀ ਜ਼ਿਆਦਾ ਰਫ ਨਹੀਂ ਸੀਗੇ ਆਪਾਂ। ਵੀ ਜਿਹੜੀ ਮਤਲਬ ਜੇ ਆਪਾਂ ਦਲੇਰੀ ਦੀ ਗੱਲ ਕਰੀਏ ਪਹਿਲਾਂ ਤੋਂ ਸੀਗੀ, ਬਟ ਕੀ ਕਹਿੰਦੇ ਆਪਾਂ ਦਿੱਲੀ 'ਚ ਥੋੜ੍ਹੇ ਜਿਹੇ ਜਿੱਦਾਂ ਬੱਚੇ ਨਹੀਂ ਹੁੰਦੇ ਵੀ ਮੈਚੋਰਿਟੀ ਨਾ ਆਈ ਹੋਵੇ, ਉੱਦਾਂ ਸੀਗਾ। ਬਟ ਜਦੋਂ ਆਪਾਂ PPS 'ਚ ਆਏ, ਜਦੋਂ ਉਹ ਪਿੰਡ ਵਾਲਿਆਂ ਮੁੰਡਿਆਂ ਨਾਲ ਜਦੋਂ ਆਪਾਂ ਖੇਡੇ, ਤਾਂ ਉਸ ਤੋਂ ਬਾਅਦ ਆਪਾਂ ਜਦੋਂ ਫਿਰ ਆਪਾਂ ਹੋਰ ਰਫ ਹੋਏ, ਫਿਰ ਸਾਨੂੰ ਪਤਾ ਲੱਗਿਆ ਵੀ ਰਫਨੈਸ 'ਤੇ ਕੀ ਕਹਿੰਦਾ, ਫਿਰ ਮੈਨੂੰ ਮੈਚੋਰਿਟੀ ਹਿੱਟ ਹੋਈ। ਮੇਨ ਕੀ ਕਹਿੰਦੇ ਆਪਾਂ ਪੰਜਾਬ ਦੇ ਯੂਥ ਨਾਲ ਰਹਿ ਕੇ। ਠੀਕ ਹੈ। ਅੱਛਾ, ਮੈਂ ਸ਼ੁਰੂ 'ਚ ਗੱਲ ਕੀਤੀ ਸੀ ਅਬੇ ਉਦੈ ਪ੍ਰਤਾਪ ਕਿ ਸਿੱਖ ਰਾਜ ਤੁਹਾਡੀ ਰਿਆਸਤ ਦਾ ਬਹੁਤ ਵੱਡਾ ਇੱਕ, ਸਾਡੀ ਵੀ ਰਿਆਸਤ ਹੈ ਇਹ, ਇੱਕ ਬਹੁਤ ਵੱਡਾ ਇਤਿਹਾਸ ਹੈ। ਰਾਜ ਕੀਤਾ ਸਾਡੀ ਕੌਮ ਨੇ, ਔਰ ਉਹਦੇ ਬਾਰੇ ਸਮਝਦੇ ਹੋ, ਜਾਣਦੇ ਹੋ ਉਸ ਪੂਰੇ ਜੋ ਸਾਡਾ ਇਤਿਹਾਸ ਹੈਗਾ, ਹਿਸਟਰੀ ਬਾਰੇ? ਨਾਭੇ ਦੀ, ਕਿਉਂਕਿ ਫੂਲਕੀਆਂ ਮਿਸਲ ਦੇ ਵਿੱਚੋਂ ਰਿਆਸਤ ਸੀ, ਔਰ ਉਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ, ਉਹ ਤਮਾਮ ਚੀਜ਼ਾਂ ਬਾਰੇ ਕੁਝ ਸਮਝ ਰੱਖਦੇ ਹੋ? ਦੇਖੋ, ਜਿੰਨਾ ਕੁ ਮੈਂ ਜਾਣਕਾਰੀ ਕਰ ਸਕਦਾ ਉਹਨਾਂ ਤਾਂ ਮੈਂ ਰੱਖਦਾ ਵੀ, ਜਿੰਨਾ ਮੈਂ ਰਿਸਰਚ ਕਰ ਸਕਦਾ YouTube ਤੋਂ ਦੇਖ ਕੇ, ਸੋਸ਼ਲ ਮੀਡੀਆ ਤੋਂ, ਕਿਤਾਬਾਂ ਤੋਂ, ਜਿੰਨੀ ਆਪਾਂ ਕਰ ਸਕਦੇ ਉਨੀ ਤਾਂ ਆਪਾਂ ਕਰਦੇ ਹਾਂ। ਬਾਕੀ ਹਾਂ, ਜੇ ਆਪਾਂ ਨਾਭੇ ਦੀ ਹਿਸਟਰੀ ਬਾਰੇ ਗੱਲ ਕਰੀਏ, ਨਾਭੇ ਦੀ ਹਿਸਟਰੀ ਬਹੁਤ ਰਿਚ ਹਿਸਟਰੀ ਆ। ਵੀ ਹੀਰਾ ਸਿੰਘ ਜੀ ਨੂੰ ਧਰਮੀ ਰਾਜੇ ਬੁਲਾਉਂਦੇ ਸੀ। ਅਤੇ ਇੱਕ ਹੋਰ ਗੱਲ ਸੀ ਨਾਭੇ ਨੂੰ ਨਾ ਛੋਟੀ ਕਾਸ਼ੀ ਬੁਲਾਉਂਦੇ ਸੀ, ਕਿਉਂਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਮੰਦਿਰ, ਹਿੰਦੂ ਟੈਂਪਲ ਕੀ ਕਹਿੰਦੇ ਪੂਰੇ ਪੰਜਾਬ 'ਚ ਸਭ ਤੋਂ ਜ਼ਿਆਦਾ ਨਾਭੇ 'ਚ ਸੀਗੇ। ਨਾਭਾ ਰਿਆਸਤ 'ਚ? ਹਾਂਜੀ, ਹੀਰਾ ਸਿੰਘ ਜੀ ਨੇ। ਇੱਕ ਹੋਰ ਗੱਲ ਹੈ, ਇੱਕ ਹੋਇਆ ਕੀ ਸੀਗਾ ਵੀ ਜਿਹੜਾ ਤੁਸੀਂ ਆਹ ਬੈਚ ਦੇਖ ਰਹੇ ਹੋ ਕੋਟ 'ਤੇ, ਨਾਭਾ ਰਿਆਸਤ ਦਾ ਬੈਚ ਹੈ। ਉੱਪਰ ਜਿਹੜੇ ਸ਼ਬਦ ਰੱਖੇ ਨੇ, ਤੇਰਾ ਕਰ ਮੇਰਾ ਆਸਾ, ਇਹ ਸ਼ਬਦ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੇ। ਆਪਣੇ ਪਰਿਵਾਰ 'ਚੋਂ ਭਾਈ ਰਾਮਾ ਜੀ, ਭਾਈ ਤਿਲੋਕਾ ਜੀ, ਇੱਕ ਨੇ ਨਾਭੇ ਬਣਾਇਆ ਸੀਗਾ, ਇੱਕ ਨੇ ਪਟਿਆਲੇ ਬਣਾਇਆ ਸੀਗਾ। ਅਤੇ ਕੀ ਕਹਿੰਦੇ ਆ, ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਕੀ ਕਹਿੰਦੇ ਆਪਾਂ ਅਜੀਤ ਸਿੰਘ ਜੀ ਅਤੇ ਜ਼ੋਰਾਵਰ ਸਿੰਘ ਜੀ, ਜਦੋਂ ਜੰਗ ਦੇ ਵਿੱਚ ਸ਼ਹੀਦ ਹੋਏ ਸੀਗੇ, ਆਪਣੇ ਪਰਿਵਾਰ ਨੇ, ਜਿਨ੍ਹਾਂ ਨੇ, ਇੱਕ ਨੇ ਪਟਿਆਲਾ ਬਣਾਇਆ, ਇੱਕ ਨੇ ਨਾਭਾ ਬਣਾਇਆ, ਭਾਈ ਤਿਲੋਕਾ ਅਤੇ ਭਾਈ ਰਾਮਾ ਜੀ, ਉਹਨਾਂ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਸੀ। ਬਿਲਕੁਲ ਬਿਲਕੁਲ, ਇਤਿਹਾਸ ਉਹ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇੱਕ ਹੁਕਮਨਾਮਾ ਵੀ ਦਿੱਤਾ ਅਤੇ ਆ ਕਿਹਾ ਵੀ ਨਾਭੇ 'ਤੇ ਮਤਲਬ ਸਾਡੇ ਪਰਿਵਾਰ ਨੂੰ ਕਹਿੰਦੇ ਵੀ ਤੇਰਾ ਘਰ ਮੇਰਾ ਆਸਾ, ਵੀ ਤੇਰਾ ਘਰ ਮੇਰਾ ਵੀ ਆਸਾ। ਤਾਂ ਮੰਮਾ ਮੈਨੂੰ ਕਹਿੰਦੇ ਸੀਗੇ ਵੀ ਇੱਦਾਂ ਨਾ ਸਕੂਲ ਨਾ ਜਾਇਆ ਕਰ, ਬੈਚ ਲੈ ਕੇ, ਵੀ ਇੱਦਾਂ ਕੋਈ ਮਨਾ ਮੁਨਾ ਕਰਦਾ ਹੋਣਾ। ਮੈਂ ਕਿਹਾ ਆਪਣੇ ਨਾਭੇ ਦਾ ਬਰੋਚ ਹੈ, ਆਪਣੇ ਨਾਭੇ ਦਾ ਬੈਚ ਹੈ, ਵੀ ਹੁਣ ਕੋਈ ਰੋਕ ਕੇ ਦਿਖਾਵੇ ਮੈਨੂੰ ਕੱਢਣ ਨੂੰ, ਹੁਣ ਤਾਂ ਮੈਂ ਪਾ ਕੇ ਰੱਖੂੰਗਾ ਪੂਰੇ ਟਾਈਮ। ਇਹਨਾਂ ਨੂੰ ਕਿਹਾ ਹੋਇਆ ਸੀ, ਕਹਿੰਦੇ ਸਕੂਲ 'ਚ ਕੋਈ ਰੋਕ ਲੂਗਾ, ਕੋਈ ਮਨਾ ਕਰੂਗਾ। ਮੈਂ ਕਿਹਾ ਕੋਈ ਵੀ ਮਨਾ, ਚਾਹੇ ਹੈਡਮਾਸਟਰ ਮੈਨੂੰ ਮਨਾ ਕਰਦੇ, ਮੈਂ ਨਹੀਂ ਤਾਰਦਾ। ਤੁਸੀਂ ਮਨਾ ਕਿਉਂ ਕਰਦੇ ਸੀ? ਕਿਉਂ ਡਰ ਲੱਗਦਾ ਸੀ ਤੁਹਾਨੂੰ ਕਿ ਨਾ ਲਾਓ? अब एक पब्लिक स्कूल में पढ़ रहे हो तो वहाँ के जो रूल्स हैं उसे हमें फॉलो करना चाहिए। ਪਰ ਇतना ਰੂਲ ਸੀਗਾ ਨਹੀਂ, ਬਟ ਜੇ ਕੋਈ ਰੋਕ ਕੇ ਵੀ ਮੈਂ ਨਹੀਂ ਤਾਰਦਾ। ਆਪਣੇ ਨਾਭੇ ਦਾ ਤੁਸੀਂ ਵਿਰੋਧ ਕਰਦੇ ਇਸ ਗੱਲ ਦਾ? ਕਰਦੇ ਜ਼ਰੂਰ। ਰੋਕਿਆ ਤੁਹਾਨੂੰ ਕਿਸੇ ਨੇ? ਹਜੇ ਤੱਕ ਕਿਸੇ ਨੇ ਰੋਕਿਆ ਨਹੀਂ, ਬਟ ਜੇ ਕੋਈ ਰੋਕਦਾ ਆਪਾਂ ਜ਼ਰੂਰ ਕਰਦੇ ਵਿਰੋਧ।
मैं ये भेजूंगी आपका इंटरव्यू हेडमास्टर को, भेज रुक दो, जाओ कोई अभी। नहीं उन्होंने आप ही देख लिया। हाँ जी। चाहे कोई भी, चाहे हेडमास्टर करे चाहे टीचर करे, देखो जे कोई होर चीज़ हुंदी तां चलो मैं तर लें, हुण अपने नाभे दा अपने राज दा है, हुण ओह् मतलब आह तारना तां गलत चीज़ है, जिन्ना कुं मैं मनदा। ਅੱਛਾ ਜ਼ਿੰਮੇਵਾਰੀ ਦੀ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਲੋਕਾਂ ਦੀਆਂ ਕੁਝ ਆਸਾਂ ਜੁੜ ਗਈਆਂ। ਬਹੁਤ ਸਾਰੀਆਂ ਲੋਕ ਇਸ ਕਰਕੇ ਸ਼ੇਅਰ ਕਰ ਰਹੇ ਆ ਕਿ ਕਈ ਤਾਂ ਇਸ ਤਰੀਕੇ ਵੀ ਕਰਕੇ ਦਲੀਪ ਸਿੰਘ ਜੀ ਵਾਪਸ ਆ ਗਏ, ਕੋਈ ਗਾਣੇ ਲਾ ਰਹੇ ਨੇ ਜਾਂ ਬਹੁਤ ਸਾਰੇ ਸ਼ਬਦ ਲਾ ਕੇ ਰੀਲਾਂ ਵਾਇਰਲ ਹੋ ਰਹੀਆਂ। ਇੱਕ ਲੈਗੇਸੀ ਹੈ, ਉਸ ਲੈਗੇਸੀ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੈ, ਮਹਿਸੂਸ ਕਰਦੇ ਹੋ? बिल्कुल जी, जैसे इसने कहा कि नाभा के राजाओं को धर्मी राजा और शहीदों के नाम से जाना जाता है, जैसे महाराजा पुद्दमन सिंह जी को, तो इस लेगेसी की बहुत बड़ी रिस्पॉन्सिबिलिटी कि जब इतनी रिच हिस्ट्री है हमारी फैमिली की, तो हम कहीं कुछ ऐसा गलत ना कर दें कि इस हिस्ट्री के ऊपर कभी कोई दाग पड़ जाए। तो इसलिए मैं रोज़ गुरु साहब से यही प्रार्थना करती हूँ, गुरु महाराज हमको सही राह पे रहें और सही राह दिखाते रहना कि कभी हम कहीं कुछ गलत ना हो जाए। तो इस चीज़ के लिए मन में रहता है कि इसलिए जब दस्तार बंदी में भी सब लोग आए थे, मैंने सबसे यही प्रार्थना करी कि ऐसे आप लोग सब इसके लिए यही अरदास करना कि अच्छा इंसान बने। ਦੇਖੋ ਪਤਾ ਨਹੀਂ ਮੈਨੂੰ ਇਹ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ, ਪਰ ਆਉਣ ਵਾਲੇ ਟਾਈਮ ਦੇ ਵਿੱਚ ਕਈ ਚੀਜ਼ਾਂ ਬਦਲ ਸਕਦੀਆਂ, ਬਹੁਤ ਕੁਝ ਹੋ ਸਕਦਾ ਹੈ। ਮਤਲਬ ਕਿਸੇ ਵੀ ਤਰੀਕੇ ਦੇ ਨਾਲ ਪਰਿਵਾਰ ਆਪਣੇ ਤਰੀਕੇ ਦੇ ਨਾਲ ਜੋ ਫੈਮਿਲੀ ਹੈਗੀ ਹੈ ਉਸ ਇਤਿਹਾਸ ਨੂੰ, ਉਸ ਲੈਗੇਸੀ ਨੂੰ ਬਣਾ ਕੇ ਰੱਖਣ ਦੇ ਵਾਸਤੇ ਪੁਰਜ਼ੋਰ ਕੋਸ਼ਿਸ਼ ਕਰੇਗੀ। ਪਰ ਬਹੁਤ ਸਾਰੇ ਲੋਕ ਜਿਹੜੇ ਉਸ ਇਕੱਠ ਦੇ ਵਿੱਚ ਵੀ ਸ਼ਾਮਲ ਹੋਏ ਇੱਕ ਆਸ ਦੇ ਨਾਲ ਕਿ ਅਸੀਂ ਆਪਣਾ ਰਾਜ ਦੁਬਾਰਾ ਲੈਣਾ ਹੈ, ਕਿ ਸਾਨੂੰ ਆਪਣਾ ਰਾਜ ਚਾਹੀਦਾ। ਇਹ ਜਿਹੀਆਂ ਚੀਜ਼ਾਂ ਆਮ ਪ੍ਰਚਲਿਤ ਹੈਗੀਆਂ ਨੇ, ਚੱਲ ਰਹੀਆਂ ਨੇ। ਤਾਂ ਮੈਂ ਜੋ ਸਵਾਲ ਕਰ ਰਿਹਾ ਕਿ ਉਸ ਚੀਜ਼ ਦਾ ਅਹਿਸਾਸ ਕਦੇ ਕਿਸੇ ਨੇ ਤੁਹਾਡੇ ਨਾਲ ਉਸ ਵਿਸ਼ੇ 'ਤੇ ਗੱਲ ਕੀਤੀ ਹੈ ਕਿ ਅਭਿਉਦੈ ਪ੍ਰਤਾਪ ਨੂੰ ਔਰ ਤੁਹਾਡਾ ਇੱਥੇ ਵਾਪਸ ਆਉਣਾ, ਲੋਕ ਇਸ ਨੂੰ ਬਹੁਤ ਵੱਡੇ ਤਰੀਕੇ ਦੇ ਨਾਲ सोच रहे हैं कि ये एक शुरुआत हुई है? इसका भी मैं आपको एक रीज़न बताऊं जो मुझे लग रहा है। जैसे जो महाराजा रिपुदमन सिंह जी को यहाँ से अंग्रेज़ों ने डीथ्रोन कर दिया था और कोडी कनाल में हाउस अरेस्ट रहे और वो कभी वापस नाभा नहीं आ पाए, तो फिर जैथो मोर्चा लगा, बहुत लोग शहीद हुए उसमें महाराजा रिपुदमन सिंह जी के लिए, कि पिंडों में नारे लगते थे कि चाहे सर कट जाए हमारा पर नाभा जरूर जाएंगे कर। बिल्कुल इस चीज़ के लिए, मतलब मैं अच्छे से वो बोल नहीं पा रही हूँ कि क्या नारा था। तो मुझे लगता है कि इसकी दस्तारबंदी को ना लोग उससे कनेक्ट कर रहे हैं कि उनको ताजपोशी, हाँ ताजपोशी से कनेक्ट कर रहे हैं। बट बिल्कुल मेरा एग्जैक्टली सवाल यही सीगा। हाँ नहीं, बट मेरा ये कहने का मतलब है कि ये ताजपोशी नहीं है, ये सिर्फ एक दस्तारबंदी है कि मैं चाहती थी इसने अपनी मर्ज़ी से अपने केश रखे हैं, ये अपनी मर्ज़ी से अपनी दस्तार सजाता है, तो मैं ये चाह रही हूँ कि इसको भी उस बात का एहसास हो कि अगर आप ये अपनी मर्ज़ी से कर रहे हो तो ये बहुत बड़ी चीज़ है, इसकी जिम्मेवारियाँ हैं, उसकी इज़्ज़त रखना आपको बहुत ज़रूरी है। तो मैं इसमें लोगों को गलत भी नहीं कहूँगी क्योंकि उनके इमोशंस जुड़े इस चीज़ से। बिल्कुल। एक बार उन्होंने मतलब ऐसे महाराज रिपुदमन सिंह जी का जाते हुए देखा है, मतलब जो हिस्ट्री के हिसाब से पढ़ा है, उनके पूर्वजों ने जो सैक्रिफाइस किया है जैथो मोर्चा वगैरह में, तो लोगों का वो इमोशनल कनेक्ट बहुत ज़्यादा है। ਜਿਹੜੀਆਂ ਰੀਲਾਂ ਵਾਇਰਲ ਹੋਈਆਂ ਉਹ ਇਮੋਸ਼ਨ ਚੋਂ ਹੀ ਆਈਆਂ ਨੇ, इमोशंस ही आई। मतलब मैं उन रील्स में लोगों का, ਤੁਹਾਨੂੰ ਪਰਸਨਲੀ ਕੋਈ ਨਹੀਂ ਮਿਲਿਆ, ਇਹ ਸਿਰਫ ਉਹਨੇ ਲੋਕ ਮਿਲੇ ਜਿੰਨੇ ਆਏ। ਅਭਿਉਦੈ ਪ੍ਰਤਾਪ ਦਾ ਸਿਰਫ ਪੰਜਾਬ ਦੇ ਵਿੱਚ ਨਾਮ ਗਿਆ, ਜੋ ਰੀਲਾਂ ਆਈਆਂ ਉਹ ਇੱਕ ਇਮੋਸ਼ਨ ਦੇ ਵਿੱਚੋਂ ਨਿਕਲ ਕੇ ਆਈਆਂ ਨੇ। हाँ, और वो इमोशंस बहुत ही पॉजिटिव इमोशंस हैं इसको लेके, मतलब जो लोगों का प्यार दिखा रहे हैं इसके लिए। और बस अच्छा, ਇੱਕ ਹੋਰ ਚੀਜ਼ ਵਾਇਰਲ ਹੋ ਰਹੀ ਹੈ ਕਿ ਜਿਵੇਂ ਬਹੁਤ ਸਾਰੇ ਮਹਿਮਾਨ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਬਹੁਤ ਸਾਰੇ ਮਹਿਮਾਨਾਂ ਨੂੰ ਸੱਦੇ ਭੇਜੇ ਗਏ ਹੋਣਗੇ, ਜ਼ਾਹਿਰ ਜੀ ਗੱਲ ਹੈ, ਔਰ ਉਸ ਨੂੰ ਇੱਕ ਪੋਲੀਟੀਕਲ ਐਂਗਲ ਦੇ ਨਾਲ ਦੇਖਣਾ ਸ਼ੁਰੂ ਹੋ ਗਿਆ। ਸ਼ਾਇਦ ਤੁਹਾਡੇ ਨੌਲੇਜ ਹੋਊਗਾ ਕਿ ਇਹ ਰਾਤੋਂ ਰਾਤ ਹੋ ਗਿਆ ਇਹ ਸਾਰਾ ਕੁਝ, ਕਿਵੇਂ ਪਰਿਵਾਰ ਵਾਪਸੀ कर गया। मैं वही कह रही थी रातों रात, मैं कहा मुझे 5 साल लग गए इस महल को अच्छा करते करते जी। ਕਿਵੇਂ ਇਹ ਸਾਰਾ ਕੁਝ ਹੋ ਗਿਆ। ਇਸ ਨੂੰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਹੋਰ ਪਾਸੇ ਨੂੰ ਵੀ ਜਾ ਰਹੀਆਂ ਨੇ।
आई नो ਉਹਦੀ मैंने ਕਲੈਰੀਫਿਕੇਸ਼ਨ ਕੀ ਹੈ? मैंने बहुत सारे पॉलिटिक्स उसमें नाल कोई कहीं संबंध है? नहीं जी, कोई संबंध नहीं। मैंने बहुत सारे उसमें पढ़ा कि किसी ने कहा कि अरे यहाँ पे तो बीजेपी के भी लोग हैं, कांग्रेस के भी हैं और अकाली दल के भी हैं, तो यहाँ पे आम आदमी पार्टी के भी हैं। तो किसी का कमेंट था कि अब पता नहीं कौन सी पार्टी में जाएंगे। तो एक का कमेंट किसी ने लिखा था कि 2027 में क्लियर हो जाएगा कि हाँ बिल्कुल बिल्कुल। पर ऑनेस्टली कोई पॉलिटिक्स का कोई वो नहीं है अभी विचार। और मोर देन दैट जो मैंने आपको बताया ना कि नाभा की इतनी रिच हिस्ट्री है ना, तो मुझे ये लगता है मैं बहुत संभल के चलना चाहती हूँ कि मुझसे कभी कोई गलत काम ना हो जाए। कि जो मेरे पूर्वजों ने इतने बड़े सैक्रिफाइस करे हैं, उन्होंने अपना राजभाग छोड़ दिया, अपना ये महल यहाँ से अरेस्ट हो गए, बट माफ़ीनामा नहीं लिखा अंग्रेज़ों के सामने, क्योंकि उन्हें कहा गया था माफ़ीनामा लिखो आपको वापस वो कर देंगे। बट वो उन्होंने हाउस अरेस्ट रहना मंजूर करा लेकिन माफ़ीनामा नहीं लिखा। बिल्कुल। तो इतने बड़े सैक्रिफाइस करें ना, मैं कभी कोई गलती करके उस पर दाग नहीं लगाना चाहती। तो मैं बहुत मतलब गुरु साहब से रोज़ यही प्रे करती हूँ कि गुरु महाराज सद्बुद्धि देना और मुझे हमेशा सही राह पे चलाना। ਅੱਛਾ, ਮੈਂ ਇੱਕ ਵਿੱਚ ਇਹ ਵੀ ਕਿਹਾ ਸੀ ਕਿ ਰਾਤੋਂ ਰਾਤ ਹੋ ਗਿਆ, ਤੁਸੀਂ ਇਹਦੀ ਸੱਚਾਈ ਦੱਸੋਗੇ ਕਿ ਇਹ ਰਾਤੋਂ ਰਾਤ ਸੀ ਜਾਂ ਇਹਦੇ ਪਿੱਛੇ ਕੀ ਸਟਰਗਲ ਹੈ? रातों रात तो नहीं था, नहीं रातों रात तो नहीं था। रेनोवेट होना, महल को तो रातों रात तो महल रिनोवेट नहीं होता। इस महल को रिनोवेट करने में मुझे अभी 4-5 साल से लगी हुई है। अभी भी आप देख सकते हैं पूरा नहीं हुआ है, भी ग्राउंड फ्लोर पूरा बाकी है करना। हाँ, बाहर का पेंट भी अभी काफ़ी रहता है। तो रातों रात तो नहीं हुआ, बट हाँ दस्तारबंदी ज़रूर मैं वैसे जिसकी 12 साल की उम्र में कराना चाहती थी, बट वो 1 साल और आगे बढ़ गए बिकॉज काम नहीं कंप्लीट हो रहा था। ਤੁਹਾਨੂੰ ਨੌਲੇਜ ਸੀ ਦਸਤਾਰਬੰਦੀ ਕਿਵੇਂ, मतलब ਇਹ ਜ਼ੇਨ ਚ ਕਿਵੇਂ नहीं, मैं आपको बताऊं, मुझे दस्तारबंदी की ऐसे तो नॉलेज नहीं थी, बट मुझे लोकल कुछ लोगों ने कहा था कि पहले ऐसा रिवाज हुआ करता था दस्तारबंदी का कि जो बच्चे करते हैं, और आपके बेटे ने तो खुद ने अपनी मर्ज़ी से करें, गुरु साहब की ऐसी कृपा हुई इसके ऊपर कि खुद ही ने अपने केश रखे हैं, ज़बरदस्ती रखे हैं, तो आपको इनकी दस्तारबंदी भी करनी चाहिए। तो मैंने कहा दस्तारबंदी में क्या होता है? आले दुआले लोग कह रहे थे। हाँ, और उसके अलावा उन्होंने कहा कि ये पिछली ਸੀਗਾ ਵੀ ਮੈਂ ਵੀ ਹਿਸਟਰੀ 'ਚ ਪੜ੍ਹਿਆ ਸੀ ਵੀ ਮਤਲਬ ਕੀ ਕਹਿੰਦੇ ਆਪਾਂ ਆਪਣੇ ਐਨਸੈਸਟਰ ਦੀ ਵੀ ਦਸਤਾਰਬੰਦੀ ਹੋਈਆਂ ਸੀਗੀਆਂ, ਅਤੇ ਪਹਿਲਾਂ ਵੀ ਮਤਲਬ ਸਿੱਖ ਘਰ 'ਚ ਆਮ ਗੱਲ ਹੁੰਦੀ ਸੀ। ਤਾਂ ਮੈਂ ਵੀ ਕਿਹਾ ਸੀ ਇਹਨਾਂ ਨੂੰ ਵੀ ਕਰਾਓ ਸਾਡੀ ਦਸਤਾਰਬੰਦੀ। ਅੱਛਾ, ਇਹ ਆਪਣੀ ਜ਼ੁਬਾਨੀ ਤੁਹਾਨੂੰ ਕਹਿੰਦੇ ਸੀ ਕਿ ਹੋਣੀ ਚਾਹੀਦੀ ਹੈ। कहा था कि मम्मा होना चाहिए, मुझे करना है दस्तारबंदी। तो फैमिली में भी फिर मुझे लोगों ने कहा कि 2 जनरेशन से दस्तारबंदी नहीं हुई थी, उस केश नहीं रखे थे किसी ने, तो आपको इस चीज़ को सेलिब्रेट करना चाहिए करके। तो मेरे मन में ये भी था कि अगर हम लोग इसको अच्छे से करेंगे तो आज इससे भी ये बड़ा हो रहा है, अभी टीनेजर है, अभी क्या सोच है, बड़ा होकर क्या सोच होती है, क्या होता है, हम कुछ नहीं कह सकते। तो मुझे था कि अगर ये इतना उससे सिक्खी का पालन करना चाहता है, तो इसे भी जब इतने लोग दस्तार देंगे, जब इतने लोग आके इसको आशीर्वाद देंगे, तो आगे जाके कभी इसका मन भटकेगा या कभी कुछ गलत काम करने की, तो एक बार मन में थॉट ज़रूर आएगा कि मुझे इतने लोगों ने दस्तारबंदी का कॉन्सेप्ट ही ये है बेसिकली। इतने लोगों ने आके मुझे आशीर्वाद दिया था, तो मुझे उनका भी मान रखना है कि मैं अपनी दस्तार की इज्जत रखूँ। ਅੱਛਾ, ਇਸ ਤੋਂ ਅੱਗੇ ਤੁਸੀਂ ਕਿਹਾ ਕਿ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ। ਤੁਸੀਂ इस तो आगे संभाल के मतलब मुझे बस इसको नॉट ऐसे, मैं तो हमेशा ही गुरु महाराज से प्रार्थना करती हूँ कि गुरु महाराज हमेशा मुझे सही राह पे रखना, तो जैसा उनका आदेश जो सही, मतलब मैं उसके हिसाब से ही चलती हूँ बस। ਅੱਛਾ, ਕੁਝ ਲੋਕ ਇਹ ਸਮਝਣਾ ਚਾਹੁੰਦੇ, ਜਾਣਨਾ ਵੀ ਚਾਹੁੰਦੇ ਨੇ ਕਿ ਜਦੋਂ ਪਰਿਵਾਰ ਦਿੱਲੀ ਰਹਿ ਰਿਹਾ ਸੀ, ਇੱਥੋਂ ਦਾ ਹਾਲੇ ਗੱਲਾਂ ਚੱਲ ਰਹੀਆਂ ਸੀ ਘਰ ਦੇ ਅੰਦਰ, ਜੋ ਕੁਝ ਅਭੈ ਉਦੈ ਪ੍ਰਤਾਪ ਕਰ ਰਹੇ ਸੀ ਆਪਣੀ ਐਕਟੀਵਿਟੀਜ਼ ਜਾਂ ਗੱਲਾਂ ਦੇ ਵਿੱਚ, ਉਹਨੂੰ ਤੁਸੀਂ ਇਗਨੋਰ ਕਰ ਰਹੇ ਸੀ। ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਕੀ ਮਾਹੌਲ ਸੀ ਤੁਹਾਡਾ? ਕੀ ਕਾਰੋਬਾਰ ਸੀ ਉੱਥੇ? ਕਿਵੇਂ ਰਹਿ ਰਹੇ ਸੀਗੇ और ਉੱਥੋਂ ਦਾ ਕੀ ਸੀ? ਕੀ अभी भी हमारा घर वहाँ है, दिल्ली वहाँ है, बिजनेस वहीं है। ओके, तो लोग आना जाना करते रहते हैं, पर इसकी इच्छा थी कि इसको परमानेंटली यहाँ रहना है। और फिर ये महल का सब रिनोवेशन और ये करने लग गए हम, उसको यहीं फिर स्कूल में शिफ्ट हो गया, तो फिर आप परमानेंटली यहाँ रहते हैं। बट अदरवाइज दिल्ली भी आना जाना तो रहते ही है। अच्छा, पहले मतलब ये था कि नाभा कम आते थे, दिल्ली ज़्यादा रहते थे। यहाँ पे बड़ा परमानेंटली यहाँ ज़्यादा है, दिल्ली सिर्फ काम के लिए आते जाते हैं, ऐसा हो गया। ਪਰਿਵਾਰ ਦੇ ਵਿੱਚ ਕੇਸ ਰੱਖਦੇ ਸੀ ਪਹਿਲਾਂ? 2 ਜਨਰੇਸ਼ਨ ਦਾ ਗੈਪ ਹੋ ਗਿਆ। हाँ, 2 ਜਨਰੇਸ਼ਨ ਗੈਪ ਪੂਰਾ? ਹਾਂਜੀ, ਮੇਰੇ ਫਾਦਰ ਸਾਹਿਬ ਉਹਨਾਂ ਦੇ ਕੇਸ ਕੱਟੇ ਨੇ, ਅਤੇ ਮੇਰੇ ਜਿਹੜੇ ਗ੍ਰੈਂਡਫਾਦਰ ਸੀਗੇ ਦਾਦਾ ਜੀ, ਉਹਨਾਂ ਦੇ ਵੀ ਕੱਟੇ ਸੀ।
ਓਕੇ। ਤੇ ਉਹਨਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਜੀ ਜਿਨ੍ਹਾਂ ਦਾ ਬਚਪਨ ਕੀ ਕਹਿੰਦੇ ਆਪਾਂ ਇੰਗਲੈਂਡ 'ਚ ਲੰਘਿਆ ਸੀਗਾ, ਤੇ ਜਿਨ੍ਹਾਂ ਦੀ ਫੋਟੋ ਹੈ। ਹਾਂਜੀ ਜਿਨ੍ਹਾਂ ਦੀ ਫੋਟੋ ਆ, ਉਹਨਾਂ ਦੀ ਬਚਪਨ ਦੀ ਫੋਟੋ ਆ। ਤੇ ਕੀ ਕਹਿੰਦੇ ਆ, ਫਿਰ ਵੱਡੇ ਹੋ ਕੇ ਉਹਨਾਂ ਨੇ ਫਿਰ ਰਾਜ ਸਾਂਭਿਆ, ਫਿਰ ਕੇਸ ਵਧਾਏ, ਤੇ ਉਹਨਾਂ ਤੋਂ ਬਾਅਦ ਸਿੱਧਾ ਪਰਿਵਾਰ 'ਚ ਮੈਂ ਹੀ ਆ ਜਿਹਨੇ ਕੇਸ ਰੱਖੇ ਤੇ ਮਤਲਬ ਗੁਰਸਿੱਖ। ਅੱਛਾ, ਤੁਹਾਨੂੰ ਜਦੋਂ ਕੇਸ ਵਧਾਉਣ ਵਾਸਤੇ ਦੇਖੋ ਪਰਿਵਾਰ ਦੇ ਵਿੱਚ 2 ਪੀੜ੍ਹੀਆਂ, ਇਹਨਾਂ ਦੇ ਦਾਦਾ ਜੀ, ਇਹਨਾਂ ਦੇ ਫਾਦਰ ਸਾਹਿਬ, ਕੋਈ ਕੇਸ ਨਹੀਂ ਰੱਖ ਰਿਹਾ। ਕਦੇ ਤੁਸੀਂ ਕਿਹਾ ਸੀ ਕਿ ਕੇਸ ਕਟਾ ਲਾ ਜਾਂ ਕੁਛ, ਕੋਈ ਇਦਾਂ ਦੀ ਗੱਲ ਚੱਲਦੀ ਸੀ ਘਰ ਦੇ ਵਿੱਚ? मैं तो इसकी ज़बरदस्ती केश काटती थी इनफैक्ट। ਤੁਸੀਂ ਕੱਟ ਦਿੰਦੇ ਸੀ? हाँ जी। ਇਹ ਵਿਰੋਧ ਕਰਦੇ ਸੀ? अब जब ही तो छोड़ा, फिर ये तो मुझे लगता था कि हमेशा लड़ता था, तो मुझे लगा कि मे बी 1-2 बार करेगा फिर ठीक हो जाएगा। और मैंने कहा इतने इतने लंबे लंबे बाल होते तो मैं इसकी लड़कियों वाली हेयर स्टाइल बना के स्कूल भेजती थी कि शर्म के मारे कटवा लेगा। अच्छा। बट ये बड़ा मेच्योरली उन चीज़ों का जवाब देता था कि जैसे एक बार स्कूल से वापस आए तो मैंने पूछा, मैंने कहा अरे अभी तो आपके सब फ्रेंड्स तो कंफ्यूज हो गए होंगे कि आप गर्ल हो या बॉय हो करके। तो ये मुस्कुरा के बड़ी मेच्योर स्माइल के साथ मुझे बोलता है कि मम्मा मुझे कोई फ़र्क नहीं पड़ता कि मेरे बारे में कोई क्या सोचता है, मुझे पता है ना मैं कौन हूँ, आप कल के लिए हेयर स्टाइल सोचो क्या बनानी है। तो मुझे शर्म आ जाती थी, मैंने करे फिर तुसी बंद कर? नहीं, उस टाइम भी बंद नहीं करे, मैं फिर भी नहीं मानी, क्योंकि घर में किसी की केस थे नहीं, मैं खुद एक हिंदू ਤੁਸੀਂ तो ਕਦੇ मुझे ਇਰੀਟੇਟ ਹੋ ਜਾਂਦੇ ਸੀ ਇਹਨਾਂ ਦੀਆਂ ਗੱਲਾਂ ਤੋਂ ਜਾਂ ਇਸ ਤਰੀਕੇ ਦੇ ਬਿਹੇਵੀਅਰ इरिटेट ਤੋਂ? तो नहीं होती थी मैं, बट मैंने मन में नहीं सोचा था कि केश बढ़ाएगा। तो मुझे थोड़ा सा ऐसे समझ में नहीं आता था कि व्हाट इज़ हैपनिंग, व्हाई इज़ ही डूइंग दिस। तो मुझे था कि मे बी कोई पास्ट लाइफ कनेक्शन होगा तो भूल जाएगा थोड़े टाइम में, ऐसे करके। ਤੁਹਾਨੂੰ ਲੱਗਦਾ ਸੀ ਕਿ ਕੁਝ ਕਨੈਕਸ਼ਨ ਹੈ? हाँ, ऐसी तो बहुत बातें होती थी, मुझे लगता था कि ਕਨੈਕਸ਼ਨ ਦੇਖੋ ਕਿੱਡਾ ਵੱਡਾ ਸੀਗਾ ਕਿ ਉਹ ਦਿੱਲੀ ਤੋਂ पूरे परिवार ਨੂੰ ਇੱਥੇ ਲੈ ਕੇ ਆਇਆ ਪੰਜਾਬ वही ਦੇ तो अंदर। मैं अपनी इनफैक्ट मदर इन लॉ और हम लोग बात करते रहते थे ऐसे इन चीज़ों पे, तो मुझे लगता था तो 5 साल के बाद बच्चे भूल जाते हैं तो भूल जाएगा। हाँ। बट विद एज ये भूला नहीं और स्ट्रॉन्गर एंड स्ट्रॉन्गर होता गया। बाल काटने से बिल्कुल ही मना करने लग गया। तो जो इंसिडेंट व्हेन आई गिव अप ऑन हिम कि भैया अब कर लो जो करना है, जो करेगा ठीक है, जो करेगा ठीक है, वॉज जब मैं इसके बाल बनाते बनाते इससे बात कर रही थी कि ऐसे अभी आप स्पोर्ट्समैन हो, आप इतना खेलते हो, रोज़ पसीना आएगा, बालों में गंदा हो जाएगा, तो कैसे ध्यान रखोगे। तो इट्स नाइस कि छोटे बाल रखो, इजी होता है साफ़ करना ही करना। तो ये करते करते मुझे बोलता है कि मम्मा अगर मैं आपकी बेटी होता तो क्या मेरे बाल नहीं संभालते, अगर आपकी बेटी होती। तो मैंने कहा हाँ बेटा संभालती। तो बोले प्लीज़ मेरे भी संभाल लो मम्मा, मैं सिख हूँ, मैं अपने बाल नहीं कटवाना चाहता। उस दिन मुझे बहुत हर्ट हुआ मन में कि मैंने इस बच्चे के साथ गलत किया, एंड दैट डे आई गिव अप। ऐसे ठीक है बेटा, अब मैं संभालूंगी तेरे बाल, बढ़ा ले। तो उस टाइम तक तो एज अ मदर मुझे इसका जूड़ा बनाना भी नहीं आता था या पटका बांधना भी नहीं आता था, ਫਿਰ ਮੈਂ ਹੀ ਆਪ ਬਾਂਧਦਾ ਸੀਗਾ। अपने आप ही बांध लेता था। ਪੱਗ ਸਿੱਖੀ ਕਿਤੋਂ? ਸਿੱਖੀ ਨਹੀਂ ਹੈ ਜੀ, ਦੇਖੋ ਕੀ ਕਹਿੰਦਾ, ਜਿੰਨੀ ਵੀ ਮੈਨੂੰ ਸ਼ੁਰੂ ਤੋਂ ਆਉਂਦੀ ਸੀ, ਮਤਲਬ ਪੂਰੀ ਪਰਫੈਕਸ਼ਨ ਨਹੀਂ ਆਈ ਸੀ, ਬਟ ਹੌਲੀ ਹੌਲੀ ਪ੍ਰੈਕਟਿਸ ਹੁੰਦਾ ਗਿਆ। ਕਦੇ ਕਦੇ ਰੀਲਾਂ 'ਚ ਟ੍ਰਿਕਸ ਵੀ ਦੇਖਦੇ ਗਏ ਤਾਂ ਹੌਲੀ ਹੌਲੀ ਇੰਪਰੂਵਮੈਂਟ ਹੁੰਦੀ ਗਈ। ਬਟ ਐ ਆਪਾਂ ਕਿਸੇ ਤੋਂ ਸਿੱਖੀ ਨਹੀਂ ਪ੍ਰੋਪਰ। ਮੈਂ ਆਫ ਕੈਮਰਾ ਬੈਠਾ ਸੀ ਇਹਨਾਂ ਦੇ ਫਾਦਰ ਸਾਹਿਬ ਕੋਲ, ਤਾਂ ਉਹ ਕਹਿੰਦੇ ਕਿ ਮੇਰੇ ਦਸਤਾਰ ਅਬੇ ਦੇ ਪ੍ਰਤਾਪ ਨੇ ਬੰਨੀ ਹੋਈ ਹੈ जी। ਉਹ ਕਹਿੰਦੇ ਨੇ ਕਿ ਮੈਨੂੰ ਕਹਿੰਦਾ ਹੈ ਕਿ ਤੁਸੀਂ ਬੰਨ ਕੇ ਰੱਖਿਆ ਕਰੋ। इसका बस चले तो ये घर में सभी को वो कर दे। ये अपने बाल नहीं कटवाता, मुझे भी नहीं काटने देता है, और मुझे मना करने के लिए मना इमोशनल करता होना, मतलब अभी नहीं, मेरे तो जब ये छोटा था खुद भी नहीं कटवाता था, और मैं थोड़ी देर कहीं बाहर चले जाऊँ तो आके मेरे बाल चेक करता था कि मम्मा ने बाल तो नहीं कटवा लिए। अच्छा। तो उस टाइम तक तो मैंने भी नहीं कटाए। अब जब इसने फिर जब व्हेन आई गिव अप ऑन हिम तो फिर मुझे भी थोड़ा सा अंदर से रियलाइज़ हुआ। मैंने कहा जब ये बच्चा अपने रिलीजन को लेके इतना वो है तो एज अ मदर, तो फिर उस दिन से फिर मैंने भी नहीं कटाया से। चलो ਅੱਛਾ, ਸੋਸ਼ਲ ਮੀਡੀਆ ਤੇ ਇੱਕ ਹੋਰ ਚੀਜ਼ ਹੈ ਕਿ ਜਦੋਂ ਅਬੇ ਉਹਦੇ ਪ੍ਰਤਾਪ ਮਹਿਲ ਦੇ ਅੰਦਰ ਆਉਂਦੇ ਨੇ ਤਾਂ ਇੱਕ ਗੱਲ ਬੋਲਦੇ ਆ ਕਿ ਜੋ ਇਹ ਪਿੱਪਲ ਕੰਧਾਂ ਦੇ ਵਿੱਚ ਉੱਗੇ ਹੋਇਆ, ਇਹ ਕੰਧਾਂ ਦੇ ਵਿੱਚ ਨਹੀਂ, ਇਹ ਮੇਰੇ ਕਾਲਜੇ ਤੇ ਉੱਗੇ ਹੋਏ ਨੇ, हाँ ਦਿਲ ਦੇ ਵਿੱਚ ये ਉਹ ਐਗਜ਼ੈਕਟ ਗੱਲ ਕੀ ਹੈ वो एग्जैक्ट गल ये है कि हम लोग नाभा किले में थे, मतलब करीब 2-3 साल पुरानी बात है। वहाँ पे महल बारे भी उस हाँ मतलब एक ही बात है, किला महल में। तो वहाँ पे इसने मुझे बोला मम्मा यहाँ पे भी आप कुछ कारीगर लगा दो,
किले में, तो अब किले किले की च? हाँ नाभा किले में, वहाँ तो अभी बहुत बुरी कंडीशन है। तो अभी इसको हीरा महल को भी इसी के चक्कर में संभाला है, क्योंकि इसको यहाँ रहना है, इसको संभालना है, मेरा महल मेरा महल मेरा महल कर करके। तो मैं थोड़ा इरिटेट हो गई। मैंने कहा बस यही बचा है मेरे पास ज़िंदगी में काम, कि पहले हीरा महल को ठीक करूँ, अब तुम्हारे नाभा किले को भी ठीक करने लग जाऊँ। मैंने कहा ज़िंदगी इसमें निकल जाएगी मेरी तो, बिकॉज आई एम ए लॉयर बाय प्रोफेशन। ओके। तो अब मैं वो सब छोड़ के इन्हीं कामों में लगी हुई हूँ। तो मैंने इसको ऐसे इरिटेट होकर थोड़ा बोला, तो बोलता है नहीं मम्मा आप एक मिस्त्री। मैंने कहा और पैसे तुम्हारे पेड़ पे हो गए हैं कि मतलब इसको ठीक करो फिर उसको ठीक करो करके। फिर मुझे बोलता है नहीं मम्मा आप पैसे अगर आपके पास नहीं है तो आप बैंक से लोन ले लो और बैंक को कह दो मैं बड़ा होकर वो लोन उतार दूंगा। हाँ, तो पर करवाना है। हाँ बट करवाना है। तो मैं हंस दी, मैंने कहा ऐसे काम नहीं होते हैं कि कर दो। तो बोलता अच्छा मेरी पॉकेट मनी बंद कर दो और एक मिस्त्री लगा दो यहाँ पे। तो मैं फिर उसको हंस के बोला, मैंने कहा एक मिस्त्री अपने 10 जन्मों में 100 जन्मों में नहीं कर पाएगा, एक अकेला मिस्त्री अगर किले में लगता है तो। तब इसको लगा कि मैं इसका इमोशन समझ नहीं पा रही हूँ, तो मेरी तरफ ऐसे सीधे से देखियो, मेरे को बोलता है मम्मा पीपल देखो। बोले जो पीपल की जड़ें इस दीवार में जा रही है ना, वो मुझे ऐसा लगता है कि मेरे दिल में जा रही है। मैं आपको बता नहीं सकता मुझे कितना दुख हो रहा है। दैट मेड मी फील सो बैड कि मैं इस बच्चे को मतलब इस तरह से डांट के या मजाक में बोल रही थी। तो आई डोंट नो क्या खेल है ये सब, गुरु महाराज करवा रहे हैं और वही गाइड कर रहे हैं। तो आई एम एब्सोल्युटली स्पीचलेस अबाउट इट कि मैं इस चीज़ को कैसे एक्सप्रेस करूं। ਤੁਸੀਂ ਸੰਤੁਸ਼ਟ ਹੋ ਇੱਥੇ ਆ ਕੇ? ਕਿਉਂਕਿ ਕਈ ਵਾਰ ਫੈਸਲੇ ਜਿਹੜੇ ਹੁੰਦੇ ਆ ਕਈ ਵਾਰ ਮਜਬੂਰੀ 'ਚ ਲੈਣੇ ਪੈਂਦੇ ਆ। ਤੁਹਾਨੂੰ ਲੱਗਾ ਕਿ ਸਾਡਾ ਬੱਚਾ ਇਸ ਤਰੀਕੇ ਕਰ ਰਿਹਾ ਤੇ ਸਾਨੂੰ ਨਾਭਾ ਜਾਣਾ ਪੈਣਾ, ਕੇਸ लड़िया, बहुत बड़ी लड़ाई है इसके पीछे? मैं बहुत संतुष्ट हूँ और इनफैक्ट यहाँ इस जगह का पावर इतना है, इस जगह की जो पॉजिटिविटी इतनी है कि कोई भी यहाँ आता है ना तो आपको भी महसूस होगा कि इट्स वेरी पॉजिटिव है। तो मतलब यहाँ रह के मुझे ना जैसे महसूस होता है कि मेरी सोल एक पीस में है। संतुष्ट हो? संतुष्ट बिल्कुल। ਅੱਛਾ ਆਪਾਂ ਵਾਈਂਡ ਅਪ ਕਰੀਏ। ਉਹਦੇ ਪ੍ਰਤਾਪ ਜ਼ੇਨ ਦੇ ਵਿੱਚ ਕੀ ਆ ਰਿਹਾ ਇਸ ਤੋਂ ਬਾਅਦ? ਮੈਂ ਜ਼ਿੰਮੇਵਾਰੀ ਦੀ ਗੱਲ ਤੁਹਾਡੇ ਮਦਰ ਨਾਲ ਕੀਤੀ। ਹਾਂਜੀ। ਇਸ ਤੋਂ ਬਾਅਦ ਜ਼ੇਨ ਦੇ ਵਿੱਚ ਕੀ ਆ ਰਿਹਾ, ਕੀ ਕਰਨਾ ਚਾਹੁੰਦੇ ਹੋ ਨਾਭੇ ਦੇ ਲਈ? ਨਾਭੇ ਦੇ ਲਈ ਜੀ ਡਿਵੈਲਪਮੈਂਟ ਅਤੇ ਜਿਹੜੀ ਪੁਰਾਣੀ ਆਪਣੇ ਮੋਨੂਮੈਂਟਸ ਨੇ ਉਹਨਾਂ ਨੂੰ ਪ੍ਰੀਜ਼ਰਵ ਕਰਨਾ, ਕਿਉਂਕਿ ਨਾਭੇ ਦੇ ਕਿਲ੍ਹੇ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਡੈਮੇਜ ਬਹੁਤ ਜ਼ਿਆਦਾ ਹੋਇਆ ਪਿਆ। ਹੁਣ ਚਲੋ ਮੇਰੀ ਇੱਛਾ ਹੈ ਵੀ ਵੱਡੇ ਹੋ ਕੇ ਜਦੋਂ ਕੁਝ ਬਣ ਜਾਊਂਗਾ, ਪੈਸੇ ਵਗੈਰਾ ਕਮਾ ਲੂੰਗਾ, ਫਿਰ ਮੈਂ ਵੀ ਮਤਲਬ ਮੇਰੀ ਆਪ ਦੀ ਇੱਛਾ ਹੈ ਵੀ ਆਪਾਂ ਨਾਭੇ ਕਿਲ੍ਹੇ ਨੂੰ ਵੀ ਸਾਂਭੀਏ ਆਪਣੇ। ਅਤੇ ਡਿਵੈਲਪਮੈਂਟ ਵੀ ਬਹੁਤ ਜ਼ਰੂਰੀ ਹੈ ਨਾਭੇ 'ਚ। ਜਿੱਦਾਂ ਵੀ ਨਾਭਾ ਅਜੇ ਉਹਨਾਂ ਡਿਵੈਲਪਡ ਸ਼ਹਿਰ ਨਹੀਂ, ਤਾਂ ਉਹ ਵੀ ਕਾਫੀ ਜ਼ਰੂਰੀ ਹੈ। ਉਹ ਵੀ ਮੈਂ ਵੱਡੇ ਹੋ ਕੇ ਮੈਂ ਆਪਣੀ ਕੋਸ਼ਿਸ਼ ਕਰੂੰਗਾ ਡਿਵੈਲਪਮੈਂਟ ਦੇ ਵਿੱਚ ਨਾਭੇ ਦੀ। ਤੁਹਾਡੀ ਜਦੋਂ ਇਹ ਗੱਲ ਲੋਕਾਂ ਦੇ ਵਿੱਚ ਜਾਏਗੀ ਨਾ, ਇਹਨਾਂ ਦੀ ਗੱਲ ਇਹ ਇੱਕ ਰੀਲ ਦੇ ਰੂਪ ਵਿੱਚ ਜਾਏਗੀ, ਤਾਂ ਜਿਵੇਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਆਸ ਤੇ ਉਮੀਦ, ਬਹੁਤ ਸਾਰੇ ਸਾਡੇ ਭਾਵੁਕ ਸਿੱਖ ਬੈਠੇ ਨੇ ਵਿਦੇਸ਼ਾਂ ਦੇ ਵਿੱਚ, ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆ ਜਾਏ ਕਿ ਇੱਕ ਛੋਟਾ ਬੱਚਾ ਜਿਹੜਾ ਇੰਨੀਆਂ ਗੱਲਾਂ ਕਰ ਰਿਹਾ ਹੈ ਜਾਂ ਇਹ ਸਾਰਾ ਕੁਝ, ਅਸੀਂ ਉਹਨਾਂ ਦੀ ਮਦਦ ਲਈ ਪਹੁੰਚੀਏ, ਕਿਉਂ ਨਾ ਕਿਲ੍ਹਾ ਠੀਕ ਕਰਵਾ ਦਈਏ, ਕਿਉਂ ਨਾ ਤੁਹਾਡੇ ਤੱਕ ਅਪਰੋਚ ਕੀਤੀ ਜਾਵੇ ਕੁਛ, ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨੇ। मैं इस गल को फील करता कि एज अ सिख भावुक लोग बहुत बैठे बहुत हैं और बहुत लोग यहाँ महल में भी आके मुझे बोल के गए कि आपको कुछ भी मदद चाहिए हो तो, बट मैंने अभी तक ना गवर्नमेंट से या प्राइवेट किसी की हेल्प नहीं ले रही हूँ, बिकॉज मुझे लगता है कि ये हमारी खुद की पर्सनल जिम्मेवारी है इस चीज़ को संभालना। अच्छा, आखिरी सवाल है, जो लीगल तौर पर जो तुसी एफर्ट कर रहे हो ਜਾਂ जो दिक्कतां ਤੁਹਾਨੂੰ सामना करना पै रहा, खत्म हो गई? नहीं जी, अभी भी चल रही हैं। भी चल रही हैं? हाँ, पर मुझे गुरु साहब पे पूरा भरोसा है, ज़रूर ख़त्म हो जाएंगे। ਉਹਦੇ ਕੀ ਕਹਿਣਾ ਚਾਹੋਗੇ ਸਾਡੇ ਦੇਖਣ ਵਾਲੇ ਜਿਹੜੇ ਬਹੁਤ ਸਾਰੇ ਤੁਹਾਨੂੰ ਬੱਚੇ ਸੁਣ ਰਹੇ ਹੋਣਗੇ, ਤੁਹਾਡੀ ਉਮਰ ਦੇ ਬਹੁਤ ਸਾਰੇ ਨੌਜਵਾਨ ਸੁਣ ਰਹੇ ਆ? ਜੇ ਆਪਾਂ ਯੂਥ ਦੀ ਗੱਲ ਕਰੀਏ, ਮੈਂ ਬਹੁਤ ਦੇਖਿਆ ਹੋਇਆ ਵੀ ਪੰਜਾਬ ਦਾ ਜਿਹੜਾ ਯੂਥ ਆ ਵੀ ਪਹਿਲੀ ਗੱਲ ਤਾਂ ਜਿਹੜੇ ਸਰਦਾਰਾਂ ਦੇ ਘਰ ਜੰਮੇ ਨੇ, ਮੈਂ ਦੇਖਿਆ ਕੇਸ ਕਟਾਈ ਬੈਠੇ ਨੇ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਹੁਣ ਤੁਸੀਂ ਆਪਣੇ ਕੇਸ ਰੱਖੋ, ਗੁਰਸਿੱਖ ਬਣੋ ਅਤੇ ਕੀ ਕਹਿੰਦੇ ਆਪਣਾ ਰਾਜ ਸੰਭੋ ਜਿੱਦਾਂ ਅਸੀਂ ਕੀਤਾ। ਅਤੇ ਮਤਲਬ ਇੱਕ ਹੋਰ ਗੱਲ ਹੈ ਵੀ ਨਸ਼ਾ, ਕਿ ਅੱਜ ਕੱਲ੍ਹ ਮੈਂ ਬਹੁਤ ਇੰਟਰਵਿਊਆਂ 'ਚ ਵੀ ਕਿਹਾ ਹੋਇਆ ਵੀ ਅੱਜ ਕੱਲ੍ਹ ਦਾ ਯੂਥ ਪੰਜਾਬ ਦਾ, ਨਾਭੇ ਦਾ ਨਸ਼ੇ ਪਿੱਛੇ ਬਹੁਤ ਭੱਜਦਾ। ਅਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕਾਹਨੂੰ ਆਪਣੀ ਜ਼ਿੰਦਗੀ ਨਸ਼ਿਆਂ ਪੱਤਿਆਂ ਪਿੱਛੇ ਖਰਾਬ ਕਰ ਰਹੇ ਹੋ, ਜ਼ਿੰਦਗੀ ਬਹੁਤ ਕੀਮਤੀ ਆ। ਬਿਲਕੁਲ। ਮੈਂ ਸਾਰਿਆਂ ਨੂੰ ਆਹੀ ਕਹਿਣਾ ਚਾਹੁੰਦਾ ਵੀ ਨਸ਼ਿਆਂ ਪੱਤਿਆਂ ਤੋਂ ਦੂਰ ਰਹੋ,
ਜੇ ਸਰਦਾਰਾਂ ਦੇ ਘਰ ਜੰਮਿਓ ਤਾਂ ਸਿੱਖ ਬਣੋ ਤੇ ਸਿੰਘ ਬਣੋ। ਬਹੁਤ ਧੰਨਵਾਦ ਜੀ, ਸ਼ੁਕਰੀਆ ਇਹਨਾਂ ਸਮਾਂ ਦੇਣ ਦੇ ਲਈ। ਤਾਂ ਸਿੱਧੇ ਤੌਰ ਤੇ ਗੱਲ ਇਹ ਆ, ਇਸ ਪੂਰੇ ਇੰਟਰਵਿਊ ਦੇ ਵਿੱਚ ਸੁਨੇਹਾ ਆਖਰ ਤੇ ਆ ਕੇ ਅਭਿਉਦੈ ਦੇ ਪ੍ਰਤਾਪ ਨੇ ਦੇਤਾ, ਬਹੁਤ ਸ਼ਾਨਦਾਰ ਸੁਨੇਹਾ ਦਿੱਤਾ ਹੈ। ਪਰ ਇਸ ਸਭ ਦੇ ਵਿਚਾਲੇ ਗੱਲ ਇਹ ਹੈ ਕਿ ਇਹ ਰਾਤੋਂ ਰਾਤ ਨਹੀਂ ਹੋਇਆ। ਉਹ ਵੀ ਅਸੀਂ ਸਵਾਲ ਕੀਤਾ, ਸਾਰਾ ਕੁਝ ਉਹਦੀਆਂ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ। ਔਰ ਸਭ ਤੋਂ ਵੱਡੀ ਗੱਲ ਕਿ ਜੋ ਤੁਸੀਂ ਸੋਸ਼ਲ ਮੀਡੀਆ ਤੇ ਸੁਣ ਰਹੇ ਹੋ ਕਿ ਬੱਚੇ ਨੂੰ ਸੁਪਨਾ ਆਉਂਦਾ ਹੈ ਔਰ ਸੁਪਨੇ ਦੇ ਵਿੱਚ ਉਹਨੂੰ ਇਹ ਸਾਰਾ ਕੁਝ ਦਿਖਦਾ ਹੈ ਕਿ ਸਾਡਾ ਰਾਜ ਭਾਗ ਸੀ, ਸਾਨੂੰ ਉਹ ਸਾਂਭਣਾ ਚਾਹੀਦਾ, ਤਾਂ ਅਜਿਹੀ ਕੋਈ ਗੱਲ ਨਹੀਂ ਹੈ। ਹਾਂ, ਇੱਕ ਗੱਲ ਜ਼ਰੂਰ ਪਰਿਵਾਰ ਵੀ ਮੰਨਦਾ ਹੈ ਤੇ ਸ਼ਾਇਦ ਤੁਸੀਂ ਵੀ ਇਸ ਨਾਲ ਐਗਰੀ ਕਰੋਗੇ ਕਿ ਹਾਂ, ਕੋਈ ਕਲਾ ਤਾਂ ਵਰਤੀ ਹੈ, ਕੋਈ ਧੁਰ ਦਰਗਾਹ ਤੋਂ ਕੋਈ ਗੱਲ ਤਾਂ ਹੈ ਜਿਹੜੀ ਇਸ ਪਰਿਵਾਰ ਦੇ ਰਾਹੀਂ ਹੋ ਕੇ ਸਾਰਿਆਂ ਤੱਕ ਸੁਨੇਹਾ ਵੀ ਪਹੁੰਚਾ ਰਹੀ ਹੈ। ਔਰ ਇਸ ਇੱਕ ਉਹ ਰਿਆਸਤ ਜਿਹੜੀ ਸਾਲਾਂ ਦਰ ਸਾਲਾਂ ਇੱਕ ਖੰਡਰ ਹੋ ਚੁੱਕਿਆ ਮਹਿਲ ਸੀ, ਉਹਨੂੰ ਦੁਬਾਰਾ ਜੇਕਰ ਉਹਦੇ ਵਿੱਚ ਰੌਣਕ ਆ ਰਹੀ ਹੈ ਔਰ ਦੁਬਾਰਾ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਤਾਂ ਕੋਈ ਗੱਲ ਤਾਂ ਇਸ ਦੇ ਵਿੱਚ ਜ਼ਰੂਰ ਹੈ। ਇਸ ਪੂਰੇ ਇੰਟਰਵਿਊ ਨੂੰ ਤੁਸੀਂ ਬਹੁਤ ਧਿਆਨ ਨਾਲ ਸੁਣਿਆ ਹੋਵੇਗਾ। ਤੁਹਾਡੀ ਕੀ ਰਾਏ ਹੈ, ਤੁਸੀਂ ਸਾਡੇ ਤੱਕ ਕਮੈਂਟ ਬਾਕਸ ਦੇ ਜ਼ਰੀਏ ਪਹੁੰਚਾ ਸਕਦੇ ਹੋ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।